ਦੋਸਤੋ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ASP TV। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਘੁੰਟਰੀ ਲਾਈਵ ਲੈ ਕੇ। ਨਵੰਬਰ ਦਾ ਮਹੀਨਾ ਚੱਲ ਰਿਹਾ ਹੈਗਾ ਅਤੇ ਜਦੋਂ ਨਵੰਬਰ ਦਾ ਮਹੀਨਾ ਆਉਂਦਾ ਤਾਂ ਸਿੱਖ ਕੌਮ ਦੇ ਲਈ ਇਹ ਮਹੀਨਾ ਜਿਹੜਾ ਬੜਾ ਤਰਾਸਦੀ ਭਰਿਆ ਹੈਗਾ। ਹਰ ਸੀਨੇ ਦੇ ਵਿੱਚੋਂ ਇਹਦਾ ਦਰਦ ਹੈ ਜਿਹੜਾ ਹਰ ਸਿੱਖ ਦੇ ਸੀਨੇ ਦੇ ਵਿੱਚੋਂ ਸਾਫ਼ ਦੇਖਿਆ ਜਾ ਸਕਦਾ। ਉਹ ਲੋਕ ਜਿਹੜੇ ਇਸ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਗਵਾਹ ਰਹੇ ਨੇ, ਜਿਨ੍ਹਾਂ ਨੇ ਉਹ ਜਿਹੜਾ ਭਿਆਨਕ ਸਮਾਂ ਗਾ ਉਹ ਆਪਣੇ ਪਿੰਡੇ 'ਤੇ ਹੰਢਾਇਆ ਗਾ, ਉਹ ਲੋਕ ਤਾਂ ਇਹਨੂੰ ਕਦੇ ਵੀ ਭੁੱਲ ਨਹੀਂ ਸਕਦੇ। ਵੈਸੇ ਤਾਂ ਜੇ ਅਸੀਂ ਗੱਲ ਕਰਦੇ ਹਾਂ ਵੀ ਸਿੱਖ ਕੌਮ ਨਾ ਇਹਨਾਂ ਸਮਿਆਂ ਨੂੰ ਜਿਹੜਾ 1984 ਦੀ ਗੱਲ ਕਰਦੇ ਹਾਂ, ਜੂਨ 84 ਜਾਂ ਨਵੰਬਰ 84 ਨੂੰ ਕਦੇ ਨਾ ਭੁੱਲ ਸਕਦੀ ਹੈ ਨਾ ਬਖਸ਼ ਸਕਦੀ ਹੈ, ਪਰ ਜਿਨ੍ਹਾਂ ਨੇ ਤਨ 'ਤੇ ਹੰਢਾਇਆ ਜਿਹੜੇ ਲੋਕਾਂ ਨੇ, ਉਹਨਾਂ ਦੇ ਲਈ ਇਹ ਬਹੁਤ ਜਦੋਂ ਨਵੰਬਰ ਦਾ ਮਹੀਨਾ ਆਉਂਦਾ ਤਾਂ ਬਹੁਤ ਜ਼ਿਆਦਾ ਪੀੜ, ਬਹੁਤ ਜ਼ਿਆਦਾ ਦਰਦ ਉਹਨਾਂ ਦੇ ਸੀਨਿਆਂ ਦੇ ਵਿੱਚ ਉੱਭਰਦਾ ਗਾ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਆ ਸਰਦਾਰ ਹਰਨੇਕ ਸਿੰਘ ਜੀ ਦੀਵਾਨਾ, ਜਿਹੜੇ ਕਿ ਇਸ ਪੂਰੇ ਉਸ ਸੰਦਰਭ ਦੇ ਵਿੱਚ ਦਿੱਲੀ ਦੇ ਵਿੱਚ ਰਹੇ ਨੇ ਅਤੇ ਉਹ ਸਾਰਾ ਕੁਝ ਇਹਨਾਂ ਨੇ ਆਪਣੇ ਤਨ 'ਤੇ ਹੰਢਾਇਆ, ਸਾਰਾ ਕੁਛ ਆਪਣੇ ਪਿੰਡੇ 'ਤੇ ਹੰਢਾਇਆ, ਆਪਣੇ ਪਰਿਵਾਰ ਸਮੇਤ ਹੰਢਾਇਆ ਹੈਗਾ। ਉੱਥੋਂ ਕਿਸੇ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਦੀ ਜਿਹੜੀ ਜਾਨ ਤਾਂ ਬਚ ਗਈ ਆ, ਪਰ ਬਹੁਤ ਸਾਰੇ ਇਹਨਾਂ ਦੇ ਸੰਗੀ ਸਾਥੀ ਜਿਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ, ਉਹ ਉਸ ਸਮੇਂ ਜਿਹੜਾ ਦਿੱਲੀ ਦੇ ਵਿੱਚ ਹਿੰਦੂ ਤਵੀ ਭੀੜਾਂ ਸੀ, ਉਹਨਾਂ ਦੀ ਮਾਰ ਹੇਠ ਆ ਗਈਆਂ। ਬਹੁਤ ਸਾਰੇ ਜਲਾ ਦਿੱਤੇ ਗਏ, ਬਹੁਤ ਸਾਰੇ ਲੋਕ ਜਿਹੜੇ ਮਾਰ ਦਿੱਤੇ ਗਏ। ਸੋ ਉਸ ਤੋਂ ਬਾਅਦ ਵੀ ਲੰਮਾ ਸਮਾਂ ਜਿਹੜਾ ਫਿਰ ਜਿਹਨੂੰ ਅਸੀਂ ਹਾਲਾਂਕਿ ਇਹ ਦੰਗੇ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਸਿੱਧਾ ਸਿੱਧਾ ਸਿੱਖ ਕਤਲਾਮ ਸੀ, ਪਰ ਦੰਗਿਆਂ ਦਾ ਨਾਮ ਦੇ ਦਿੱਤਾ ਗਿਆ ਇਹਨੂੰ। ਤਾਂ ਇਸ ਸਮੇਂ ਦੌਰਾਨ ਜਿਹੜੇ ਇਸ ਸਿੱਖ ਕਤਲੇਆਮ ਦੇ ਪੀੜਤ ਸੀਗੇ, ਉਹਨਾਂ ਲੋਕਾਂ ਨੂੰ ਬਾਅਦ ਦੇ ਵਿੱਚ ਦੁਬਾਰੇ ਜਿਹੜਾ ਆਪਣਾ ਮੁੜ ਵਸੇਵਾ ਕਿਵੇਂ ਕਰਨਾ ਪਿਆ, ਕਿ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਝੱਲਣੀਆਂ ਪਈਆਂ। ਸੋ ਇਹ ਲੰਬੀ ਲੜਾਈ ਉਹ ਵੀ ਹਰਨੇਕ ਸਿੰਘ ਦੀਵਾਨਾ ਨੇ ਲੜੀ ਹੈਗੀ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਵੱਲੋਂ। ਦੀਵਾਨਾ ਸਾਹਿਬ, ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਉਸ ਸਮੇਂ ਦਿੱਲੀ ਕਿੱਥੇ ਰਹਿੰਦੇ ਸੀ ਔਰ ਕੀ ਕਰਦੇ ਸੀ? ਸੰਧੂ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਜਿੰਨੇ ਵੀ ਦੇਖਣ ਵਾਲੇ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ, ਸਤਿ ਸ੍ਰੀ ਅਕਾਲ ਕਰਦਾ ਹੈਗਾ ਕਿ ਮੈਨੂੰ ਅੱਜ ਚੈਨਲ ਨੇ ਮੌਕਾ ਦਿੱਤਾ ਆਪਣੀ ਬੀਤੀ ਦੱਸਣ ਦਾ। ਜਿੱਥੋਂ ਤੱਕ 1984 ਵਿੱਚ ਦੋ ਘਟਨਾਵਾਂ ਜਿਹੜੀਆਂ ਵੱਡੀਆਂ ਹੋਈਆਂ ਨੇ, ਦੋਨੋਂ ਨਾ ਬਖਸ਼ਣਯੋਗ ਨੇ ਨਾ ਭੁੱਲਣਯੋਗ ਨੇ। ਦੋਨਾਂ 'ਚ ਫਰਕ ਸਿਰਫ ਇਹੀ ਹੈਗਾ ਕਿ ਜਿਹੜਾ ਜੂਨ 1984 ਦੇ ਵਿੱਚ ਹੋਇਆ ਉਹ ਸਰਕਾਰ ਵੱਲੋਂ ਸਿੱਧੇ ਤੌਰ 'ਤੇ ਮਤਲਬ ਸ਼ਹਿਰੀਆਂ ਨੂੰ ਅਟੈਕ ਕੀਤਾ ਗਿਆ ਸੀ ਜੀ, ਅਤੇ ਜਿਹੜਾ 1984 ਨਵੰਬਰ 1984 ਦੇ ਵਿੱਚ ਹੋਇਆ ਉਹ ਭੀੜਾਂ ਵੱਲੋਂ ਸਰਕਾਰ ਦੇ ਉਕਸਾਵੇ 'ਤੇ, ਕਾਂਗਰਸ ਸਰਕਾਰ ਦੇ ਉਕਸਾਵੇ 'ਤੇ ਹਿੰਦੂ ਭੀੜਾਂ ਵੱਲੋਂ ਸਿੱਖਾਂ ਦੇ ਇਕੱਲੇ ਇਕੱਲੇ ਦਾ ਘਰ ਭਾਲ ਕੇ ਉਹਨਾਂ ਨੂੰ ਸਾੜਿਆ ਗਿਆ, ਫੂਕਿਆ ਗਿਆ, ਲੁੱਟਿਆ ਗਿਆ ਜੀ। ਅਤੇ ਉਹ ਫਰਕ ਹੈਗਾ ਇਹਨਾਂ ਦੋਨਾਂ ਦੇ ਵਿੱਚ, ਪਰ ਦੋਨੋਂ ਹੀ ਕਦੇ ਵੀ ਸਿੱਖ ਕੌਮ ਨੂੰ ਇਹ ਭੁੱਲ ਨਹੀਂ ਸਕਦੀਆਂ। ਅੱਜ 36 ਸਾਲ ਹੋ ਗਏ, ਖੁਦ ਜ਼ਿਆਦਾ ਇਹ ਗੱਲ ਕਰ ਰਹੇ ਹਾਂ, ਮੈਂ ਆਪਣੇ ਸਰੀਰ ਤੋਂ ਉਹਨੂੰ ਮਹਿਸੂਸ ਕਰ ਰਿਹਾ ਹੈਗਾ ਕਿ ਉਸ ਟਾਈਮ ਕਿਸ ਤਰ੍ਹਾਂ ਦਾ ਸੀਨ ਅਸੀਂ ਦੇਖੇ ਜਾਂ ਕਿਸ ਤਰ੍ਹਾਂ ਦਾ ਦ੍ਰਿਸ਼ ਸਾਡੇ ਸਾਹਮਣੇ ਸੀਗਾ। ਜਦ ਕਿਸੇ ਨੂੰ ਬਖਸ਼ਿਆ ਨਹੀਂ ਗਿਆ, ਚਾਹੇ ਉਹ ਬੱਚਾ ਸੀ, ਬੁੜਾ ਸੀ, ਨੌਜਵਾਨ ਸੀ, ਬੀਬੀ ਘੱਟ ਉਮਰ ਦੀ ਸੀ ਜਾਂ ਵੱਡੀ ਉਮਰ ਦੀ, ਕਿਸੇ ਨੂੰ ਇਹ ਦੇਖਿਆ ਨਹੀਂ ਗਿਆ ਕਿ ਵੀ ਇਹ ਸਿਰਫ ਇਹ ਦੇਖਿਆ ਗਿਆ ਕਿ ਇਹ ਸਿੱਖ ਨੇ, ਸਿੱਖਾਂ ਦੇ ਬੱਚੇ ਨੇ ਜਾਂ ਸਿੱਖਾਂ ਦੀਆਂ ਔਰਤਾਂ ਨੇ। ਤੁਹਾਡੇ ਨਾਲ ਮੇਰਾ ਜਿਹੜਾ ਸਵਾਲ ਸੀਗਾ ਵੀ ਉਸ ਸਮੇਂ ਤੁਸੀਂ ਦਿੱਲੀ ਦੇ ਵਿੱਚ ਕੀ ਕੰਮ ਕਰਦੇ ਸੀ ਔਰ ਕਿੱਥੇ ਰਹਿੰਦੇ ਸੀ ਜੀ? ਮੈਂ ਉਸ ਸਮੇਂ ਜੀ ਉਦੋਂ ਪਹਿਲਾਂ ਤਾਂ ਮੈਂ ਦਿੱਲੀ ਦੇ ਵਿੱਚ ਕਈ ਜਗ੍ਹਾ ਰਿਹਾ, ਪਰ ਜਿਸ ਟਾਈਮ ਮਤਲਬ ਇਹ ਦੰਗੇ ਹੋਏ ਤਾਂ ਮੈਂ ਉਸ ਟਾਈਮ ਹਰਿਆਣੇ ਦਾ ਜਿਹੜਾ ਕੁੰਡਲੀ ਬਾਰਡਰ ਹੈਗਾ, ਕੁੰਡਲੀ ਬਾਰਡਰ ਤੋਂ 3 ਕਿਲੋਮੀਟਰ ਅੰਦਰ ਹਰਿਆਣੇ 'ਚ ਰਾਈ ਪਿੰਡ ਦੇ ਵਿੱਚ ਰਹਿ ਰਿਹਾ ਸੀ। ਅਤੇ ਉੱਥੇ ਇੱਕ ਬਹੁਤ ਵੱਡੀ ਫੈਕਟਰੀ ਸੀਗੀ ਸੁੰਦਰ ਸਿੰਘ ਐਂਡ ਕੰਪਨੀ, ਜਿਹੜੀ ਅਮੋਨੀਆ ਕੰਪਰੈਸ਼ਰ ਕੋਲਡ ਸਟੋਰ ਦੀ ਮਸ਼ੀਨਰੀ ਵਗੈਰਾ ਬਣਾਉਂਦੀ ਸੀਗੀ। 200-250 ਵਰਕਰ ਉੱਥੇ ਕੰਮ ਕਰਦੇ ਸੀ ਅਤੇ ਮੈਂ ਉੱਥੇ ਰਹਿੰਦਾ ਸੀਗਾ ਜੀ ਜੀ। ਫਿਰ ਇਹ ਜਿਸ ਦਿਨ ਹੋਇਆ ਇਹ ਇੰਦਰਾ ਗਾਂਧੀ ਨੂੰ ਮਾਰਿਆ ਜਾਂਦਾ ਜਿਸ ਦਿਨ, ਉਸ ਦਿਨ ਦਾ ਵਰਤਾਂਤ ਕੁਝ ਯਾਦ ਆ ਤੁਹਾਡੇ ਵੀ? ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ? ਹਾਂਜੀ ਹਾਂਜੀ, ਯਾਦ ਹੈ ਜੀ, ਉਹ ਭੁੱਲ ਹੀ ਨਹੀਂ ਸਕਦੇ ਕਿਸੇ ਵੀ ਤਰ੍ਹਾਂ। 10 ਕੁ ਵਜੇ ਦੇ ਕਰੀਬ ਜਦੋਂ ਹੀ ਖਬਰ ਇਹ ਆਈ ਕਿ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਤਾਂ ਉੱਥੇ ਜਿਹੜੇ ਮਤਲਬ ਆਮ ਤੌਰ 'ਤੇ ਹਿੰਦੂ ਵਰਕਰ ਸੀਗੇ, ਉੱਥੇ ਸਿੱਖ ਅਤੇ ਹਿੰਦੂ ਵਰਕਰ ਦੋਨੋਂ ਤਰ੍ਹਾਂ ਦੇ, ਕੁਛ ਹਰਿਆਣੇ ਦੇ ਸੀ, ਕੁਛ ਦਿੱਲੀੋਂ ਬੱਸਾਂ ਦੇ ਵਿੱਚ ਆਉਂਦੇ ਹੁੰਦੇ ਸੀ ਵਰਕਰ, ਤਾਂ ਉਹਨਾਂ ਦੇ ਜਿਹੜੇ ਵੀ ਉੱਥੇ ਵਰਕਰ ਸੀਗੇ ਥੋੜ੍ਹਾ ਜਿਹਾ ਤਣਾਅ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ।
ਤਾਂ ਇਹ ਘਟਨਾ ਹੋਰ ਉੱਥੇ ਇਹੋ ਜਿਹੀ ਹੋਈ ਕਿ ਉਸੇ ਟਾਈਮ ਹੀ 11-12 ਵਜੇ ਦੇ ਕਰੀਬ ਜਿਹੜੇ ਉਸ ਟਾਈਮ ਪਿਛੇ ਆਪਣੇ ਖਜ਼ਾਨਾ ਮੰਤਰੀ ਰਹੇ ਨੇ ਬਲਵੰਤ ਸਿੰਘ, ਉਹ ਵੀ ਆਪਣੇ ਆਪ ਨੂੰ ਉਹਨਾਂ ਨੇ ਫਸਿਆ ਮਹਿਸੂਸ ਕੀਤਾ ਕਿਉਂਕਿ GT ਰੋਡ ਦੇ ਉੱਤੇ ਅੱਗਾਂ ਲਾਈਆਂ ਜਾ ਰਹੀਆਂ ਸੀ। ਜਿਹੜੀਆਂ ਵੀ ਗੱਡੀਆਂ ਪੰਜਾਬ ਤੋਂ ਜਾਣ ਵਾਲੀਆਂ ਸੀ ਉਹਨਾਂ ਨੂੰ ਕੁੱਟਿਆ ਵੱਢਿਆ ਜਾ ਰਿਹਾ ਸੀਗਾ। ਤੇ ਇਸ ਤੋਂ ਇਲਾਵਾ ਜਿਹੜਾ ਮਤਲਬ ਆਪਣਾ ਟਰੱਕ ਸੀਗੇ ਜਾਂਦੇ ਇੱਧਰੋਂ, ਉਹ ਟਰੱਕਾਂ ਨੂੰ ਵੀ ਰੋਕ ਲਿਆ ਜਾਂਦਾ ਸੀਗਾ ਭੀੜਾਂ ਵੱਲੋਂ। 31 ਅਕਤੂਬਰ ਨੂੰ ਸ਼ੁਰੂ ਹੋ ਗਿਆ ਸੀ ਜੀ ਇਹ। ਹਾਂਜੀ, ਜਿਹੜਾ ਮਤਲਬ ਹਰਿਆਣੇ ਦੇ ਵਿੱਚ ਸ਼ੁਰੂ ਹੋਇਆ 31 ਅਕਤੂਬਰ ਨੂੰ, ਖਬਰ ਆਉਣ ਤੋਂ ਬਾਅਦ ਹੀ ਦੁਪਹਿਰ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀਗਾ। ਗੱਡੀਆਂ ਰੋਕਣੀਆਂ ਸ਼ੁਰੂ ਹੋ ਗਈਆਂ ਸੀ, ਤੰਗ ਕਰਨਾ ਸ਼ੁਰੂ ਹੋ ਗਿਆ ਸੀਗਾ। ਤੇ ਉਦੋਂ ਮਾਰਾਮਾਰੀ ਬਹੁਤੀ ਨਹੀਂ ਚੱਲੀ ਸੀਗੀ, ਜ਼ਿਆਦਾਤਰ ਰੋਕ ਕੇ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਜਾਂ ਗੱਡੀਆਂ ਨੂੰ ਰੋਕਿਆ ਜਾਂਦਾ ਸੀ। ਇਸ ਤਰ੍ਹਾਂ ਦੀ ਘਟਨਾਵਾਂ ਮਤਲਬ ਹੋ ਗਈਆਂ। ਹੌਲੀ ਹੌਲੀ ਉਹ ਵੱਧਦਾ ਹੀ ਚਲਿਆ ਗਿਆ। ਜਿਹੜਾ 1 ਨਵੰਬਰ ਨੂੰ ਜਾ ਕੇ ਸ਼ਰੇਆਮ ਕਤਲੇਆਮ ਦਾ ਰੂਪ ਧਾਰਨ ਕਰ ਲਿਆ ਉਸਨੇ, ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀਗਾ ਕਿਉਂਕਿ ਸਰਕਾਰ ਵੱਲੋਂ ਪਲਾਨਡ ਸੀਗਾ। ਇਸ ਕਰਕੇ ਜਿਹੜਾ ਹੈਗਾ ਉਹਨੂੰ ਰੋਕਣ ਵਾਲਾ ਕੌਣ ਹੁੰਦਾ? ਬਲਵੰਤ ਸਿੰਘ ਫਿਰ ਤੁਹਾਡੇ ਉੱਥੇ ਫੈਕਟਰੀ 'ਚ ਆ ਗਏ ਜੀ? ਹਾਂਜੀ, ਬਲਵੰਤ ਸਿੰਘ ਜਦ ਸਾਡੀ ਫੈਕਟਰੀ ਦੇ ਵਿੱਚ ਆਏ ਤਾਂ ਉਹਨਾਂ ਨੇ ਉੱਥੇ ਨਾਲ ਸਿਕਿਉਰਿਟੀ ਵਾਲੇ ਸੀਗੇ, ਤਾਂ ਉਹਨਾਂ ਨੇ ਉੱਥੇ ਬੈਠ ਕੇ SSP ਸੋਨੀਪਤ ਨੂੰ ਟੈਲੀਫੋਨ ਕੀਤਾ ਕਿ ਮੈਂ ਇਸ ਤਰ੍ਹਾਂ ਪੰਜਾਬ ਜਾ ਰਿਹਾ ਸੀਗਾ ਤੇ ਰਾਹ ਦੇ ਵਿੱਚ ਮੈਨੂੰ ਖਤਰਾ ਹੈਗਾ ਤੇ ਮੈਨੂੰ ਇੱਥੋਂ ਤੁਸੀਂ ਕੱਢਿਆ ਜਾਵੇ। ਤਾਂ ਘੰਟੇ ਕੁ ਬਾਅਦ SSP ਤੇ ਪੁਲਿਸ ਦੀਆਂ ਗੱਡੀਆਂ ਆਈਆਂ, ਉਹਨਾਂ ਨੇ ਉਹਨਾਂ ਦੀ ਅਗਵਾਈ ਕਰਕੇ ਉਹਨੂੰ ਹਰਿਆਣੇ ਦਾ ਬਾਰਡਰ ਪਾਰ ਕਰਾਇਆ। ਜੀ, ਤੁਹਾਡੇ ਨਾਲ ਕਿੰਨੇ ਕੁ ਵਰਕਰ ਸੀਗੇ ਜੀ ਜਿਹੜੇ ਮਤਲਬ ਤੁਸੀਂ ਠੇਕੇਦਾਰ ਦੇ ਤੌਰ ਤੇ ਸੀ, ਤੇ ਕਿੰਨੇ ਕੁ ਬੰਦੇ ਤੁਹਾਡੇ ਅੰਡਰ ਕੰਮ ਕਰਦੇ ਸੀ ਉੱਥੇ? ਮੇਰੇ ਅੰਡਰ ਤਾਂ 2-3 ਹੀ ਸੀਗੇ, ਪਰ ਉਹ ਫੈਕਟਰੀ ਦੇ ਵਿੱਚ ਸਾਰੇ ਕੰਟਰੈਕਟ ਵਰਕ ਤੇ ਜਿੰਨੇ ਵੀ ਸਪੇਅਰ ਪਾਰਟਸ ਬਣਦੇ ਸੀਗੇ ਸਾਰੇ ਬੰਦੇ ਉਹਦੇ ਠੇਕੇ ਤੇ ਕੰਮ ਕਰਦਾ ਸੀ। ਟੋਟਲ 250-300 ਬੰਦੇ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ। ਜੀ, ਸਾਰੇ ਪੰਜਾਬੀ ਸੀਗੇ ਜਾਂ ਹੋਰ ਵੀ ਸੀ? ਅੱਧੇ ਪੰਜਾਬੀ ਸੀਗੇ ਜੀ, ਕੁਝ ਲੇਬਰ ਹਰਿਆਣੇ ਦੀ ਵੀ ਸੀਗੀ ਉੱਥੇ ਕੰਮ ਕਰਦੀ, ਜਿਹੜੇ ਆਸੇ-ਪਾਸੇ ਪਿੰਡਾਂ ਦੇ ਵਿੱਚੋਂ ਆਉਂਦੇ ਸੀ ਉਹ ਕੰਮ ਕਰਦੇ ਸੀਗੇ। ਤੇ ਉਹ ਫਿਰ ਜਿਹੜੇ ਤੁਹਾਡੇ ਮਤਲਬ ਉੱਥੇ ਵਰਕਰ ਸੀਗੇ ਕੰਮ ਕਰਦੇ, ਉਹ ਉਹਨਾਂ ਨਾਲ ਕਿਸ ਤਰ੍ਹਾਂ ਬੀਤੀ? ਉਹਨਾਂ ਨੇ ਇਸ ਤਰ੍ਹਾਂ ਹੋਈ ਜੀ, ਪਹਿਲਾਂ ਤਾਂ ਉਸ ਦਿਨ ਸ਼ਾਮ ਨੂੰ ਸਾਡਾ ਵੀ ਉੱਥੋਂ ਸਾਡੀ ਜਿਹੜੀ ਰਿਹਾਇਸ਼ ਸੀਗੀ ਉੱਥੋਂ 2 ਕਿਲੋਮੀਟਰ ਪਿੱਛੇ ਸੀਗੀ ਜੀ। ਸਾਡੀ ਵੀ ਉੱਥੇ ਹਿੰਮਤ ਨਹੀਂ ਹੋਈ ਕਿ ਅਸੀਂ ਮਤਲਬ ਨਿਕਲ ਕੇ ਇੱਥੋਂ ਕਿਵੇਂ ਜਾਵਾਂਗੇ, ਕਿਵੇਂ ਨਹੀਂ ਜਾਵਾਂਗੇ। ਉਧਰ ਘਰਦਿਆਂ ਨੂੰ ਪਿੱਛੇ ਫਿਕਰ ਪਿਆ ਹੋਇਆ ਵੀ ਕਿਵੇਂ ਆਉਣਗੇ। ਤਾਂ ਅਸੀਂ ਹਨੇਰੇ ਹੋਏ ਤੋਂ ਉੱਥੋਂ ਨਿਕਲੇ। ਆਮ ਤੌਰ ਤੇ 5 ਵਜੇ ਛੁੱਟੀ ਹੋ ਜਾਂਦੀ ਸੀ, ਪਰ ਅਸੀਂ 7 ਵਜੇ ਦੇ ਆਸ-ਪਾਸ ਉੱਥੋਂ ਨਿਕਲਦੇ ਲੁਕਦੇ ਛਿਪਦੇ ਅਸੀਂ ਆਪਣੇ ਪਿੰਡ 'ਚ ਆਏ, ਘਰੇ ਆਏ। ਘਰੇ ਆ ਕੇ ਸਭ ਤੋਂ ਪਹਿਲਾ ਕੰਮ ਅਸੀਂ ਮਤਲਬ ਇਹ ਕੀਤਾ, ਆਪਣੀ ਸੇਫਟੀ ਨੂੰ ਮੁੱਖ ਰੱਖ ਕੇ, ਕਿ ਉਹ ਸਾਰਾ ਪਿੰਡ ਪੰਡਤਾਂ ਦਾ ਪਿੰਡ ਸੀਗਾ, ਸਾਡਾ ਇਕੱਲਾ ਸਿੱਖਾਂ ਦਾ ਘਰ ਸੀਗਾ ਉੱਥੇ, ਤੇ ਇਸ ਕਰਕੇ ਪੂਰੇ ਖਤਰੇ ਦੇ ਵਿੱਚ ਅਸੀਂ ਸੀਗੇ। ਇੱਕੋ ਹੀ ਘਰ ਸੀ ਤੁਹਾਡਾ ਜੀ? ਹਾਂ, ਇੱਕੋ ਘਰ ਸਿੱਖਾਂ ਦਾ ਸੀ ਸਾਡਾ, ਤੇ ਪੂਰੇ ਖਤਰੇ ਸੀ। ਪਰ 14-15 ਸਾਲ ਦੇ ਉੱਥੇ ਰਹਿੰਦੇ ਕਰਕੇ ਪਿੰਡ ਦੇ ਵਿੱਚ ਬਹੁਤ ਬਣੀ ਹੋਈ ਸੀਗੀ ਤੇ ਲੋਕ ਰਿਸਪੈਕਟ ਵੀ ਕਰਦੇ ਸੀਗੇ। ਤਾਂ ਮੈਂ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਘਰੇ ਬੁਲਾਇਆ, ਕਿਸੇ ਬੰਦੇ ਨੂੰ ਭੇਜ ਕੇ ਉਹਨੂੰ ਮੈਂ ਰਿਕੁਐਸਟ ਕੀਤੀ। ਮੈਂ ਕਿਹਾ ਪੰਡਿਤ ਜੀ ਗੱਲ ਇਹ ਹੈ ਵੀ ਦੇਖੋ 14-15 ਸਾਲ ਦੇ ਤੁਹਾਡੇ ਪਿੰਡ 'ਚ ਅਸੀਂ ਰਹਿ ਰਹੇ ਹਾਂ ਤੇ ਸਾਡਾ ਕੋਈ ਵਿਗਾੜ ਨਹੀਂ ਹੈਗਾ, ਨਾ ਕੋਈ ਅਸੀਂ ਮਾੜਾ ਕੀਤਾ, ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਉਹ ਤੁਹਾਨੂੰ ਵੀ ਪਤਾ ਹੈਗਾ। ਤੇ ਤੁਸੀਂ ਹੁਣ ਸਾਡੇ ਨਾਲ ਜੋ ਕਰਨਾ ਹੈ ਉਹ ਤੁਹਾਡੀ ਮਰਜ਼ੀ ਆ। ਬਾਹਰ ਅੱਗਾਂ ਲਾਈਆਂ ਜਾ ਰਹੀਆਂ ਨੇ, ਸਿੱਖਾਂ ਨੂੰ ਮਾਰਿਆ ਜਾ ਰਿਹਾ। ਤਾਂ ਉਹਨੇ ਮੈਨੂੰ ਇਸ ਗੱਲ ਦੇ ਕਿਹਾ ਕਿ ਵੀ ਤੁਸੀਂ ਦੇਖੋ ਇੱਥੇ ਬਾਹਰ ਨਾ ਨਿਕਲਿਓ, ਇੱਥੋਂ ਘਰੋਂ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦਿੰਦੇ, ਘਰੇ ਸੇਫ ਰਹਾਂਗੇ। ਪਰ ਉਹਦੇ ਬਾਵਜੂਦ ਵੀ ਇੱਕ ਰਾਤ ਮਤਲਬ ਪਿੰਡ ਦੇ ਕੁਝ ਲੋਕ ਉੱਥੇ ਇਕੱਠੇ ਹੋਏ, ਉਹਨਾਂ ਨੇ ਕਿਹਾ ਸਿੱਖ ਰਹਿੰਦੇ ਇਹਨਾਂ ਨੂੰ ਮਾਰੋ ਤੁਸੀਂ। ਤਾਂ ਉਸ ਟਾਈਮ ਤੇ ਸਾਡੀ ਮਦਦ ਉੱਥੇ ਇੱਕ ਪੰਜਾਬੀ ਪੁਲਿਸ ਵਾਲਾ ਸੀਗਾ ਉਸ ਥਾਣੇ ਦੇ ਵਿੱਚ, ਉਹਨੇ ਕੀਤੀ ਸਾਡੀ। ਤਾਂ ਉਹ ਮੈਨੂੰ ਬਾਅਦ 'ਚ ਉਹਨਾਂ ਨੇ ਦੱਸੀ ਇਹ ਗੱਲ ਕਿ ਇਸ ਤਰ੍ਹਾਂ ਕਰਕੇ ਰਾਤ ਨੂੰ ਤੁਹਾਡੇ ਤੇ ਅਟੈਕ ਹੋਣ ਲੱਗਿਆ ਸੀਗਾ। ਜੀ ਜੀ। ਤੇ ਜਿਹੜੇ ਤੁਹਾਡੇ ਨਾਲ ਦੇ ਕਰਮਚਾਰੀ ਸੀਗੇ ਉਹਨਾਂ ਦੇ ਵਿੱਚੋਂ ਮਤਲਬ ਬਚ ਗਏ ਸਾਰੇ, ਜਾਂ ਉਹਨਾਂ ਦੇ ਵਿੱਚੋਂ? ਸਾਡੀ ਫੈਕਟਰੀ ਦੇ ਵਿੱਚ ਜਿਹੜੀ ਲੇਬਰ ਦਿੱਲੀੋਂ ਆਉਂਦੀ ਸੀਗੀ, ਉਹ ਫੈਕਟਰੀ ਦੀ ਬੱਸ ਸੀ, ਬੱਸ ਦੇ ਵਿੱਚ ਆਉਂਦੀ ਸੀ, ਉਹ ਵੀ ਉਸ ਦਿਨ ਰਾਤ ਨੂੰ 8-9 ਵਜੇ ਤੱਕ ਉਹ ਮਤਲਬ ਉੱਥੇ ਹੀ ਰਹੇ। ਉੱਥੋਂ ਘਰਦਿਆਂ ਦੇ ਟੈਲੀਫੋਨ ਆਉਂਦੇ ਰਹੇ ਵੀ ਦਿੱਲੀ 'ਚ ਆਹ ਕੁਛ ਹੋ ਗਿਆ, ਕੁਛ ਹੋ ਗਿਆ। ਤਾਂ ਅਖੀਰ ਉਹ 8-9 ਵਜੇ ਇੱਥੋਂ ਚੱਲੇ, ਰਾਤ ਨੂੰ 12-1 ਵਜੇ ਮਸਾਂ ਉਹ ਜਾ ਕੇ ਘਰੇ ਪਹੁੰਚੇ। ਪਰ ਉਦੋਂ ਬਾਅਦ ਫਿਰ ਉਹ ਕਈ ਦਿਨ ਨਹੀਂ ਆ ਸਕੇ, ਤੇ ਜਦੋਂ 4-5 ਦਿਨ ਬਾਅਦ ਆਏ ਤਾਂ ਉਹਨਾਂ ਦੇ ਵਿੱਚੋਂ 8-10 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਬੱਸਾਂ 'ਚੋਂ ਲਾ ਕੇ। ਤੇ ਖੁਦ ਉਹ ਫੈਕਟਰੀ ਦਾ ਮਾਲਕ ਜਿਹੜਾ ਸੀਗਾ, ਉਹਦਾ ਇੱਕ ਭਰਾ ਸੀਗਾ ਬਜ਼ੁਰਗ ਦਲੀਪ ਸਿੰਘ, ਉਹ ਗਾਜ਼ੀਆਬਾਦ ਰਹਿੰਦਾ ਸੀਗਾ, ਉਹਨੂੰ ਵੀ ਉੱਥੇ ਸਾੜ ਦਿੱਤਾ ਗਿਆ ਅੱਗ ਲਾ ਕੇ। ਜੀ ਜੀ। ਤੁਸੀਂ ਫਿਰ ਉਸ ਤੋਂ ਬਾਅਦ ਜਦੋਂ ਇਹ ਚਲੋ ਪ੍ਰਮਾਤਮਾ ਦੀ ਕਿਰਪਾ ਵੀ ਰਹੀ, ਇੱਕ ਇੱਥੇ ਜਿਹੜੀ ਗੱਲ ਇੱਕ ਇਹ ਵੀ ਮਤਲਬ ਬੜੀ ਤੁਹਾਡੇ ਹਵਾਲੇ ਦੇ ਨਾਲ ਆਉਂਦੀ ਹੈ ਵੀ ਉਹ ਪਿੰਡ ਪੂਰਾ ਹਿੰਦੂਆਂ ਦਾ ਹੋਣ ਦੇ ਬਾਵਜੂਦ ਵੀ, ਬ੍ਰਾਹਮਣਾਂ ਦਾ ਪਿੰਡ ਹੋਣ ਦੇ ਬਾਵਜੂਦ ਵੀ ਮਤਲਬ ਉਹਨਾਂ ਨੇ ਜਿਹੜਾ ਤੁਹਾਡੀ ਰੱਖਿਆ ਕੀਤੀ ਉੱਥੇ ਲੋਕਾਂ ਨੇ। ਤੇ ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਇਹ ਗੱਲ ਸਮਝਣ ਦੀ ਜ਼ਰੂਰਤ ਹੈਗੀ, ਕਈ ਬੰਦੇ ਇਸ ਗੱਲ ਨੂੰ ਸਮਝਦੇ ਨਹੀਂ ਹੈਗੇ। ਤੇ ਹਿੰਦੂ ਤਬ ਤੇ ਹਿੰਦੂ ਇੱਕ ਵੱਖਰੀ ਗੱਲ ਆ, ਜਿਹੜੇ ਕੱਟੜ ਸੋਚ ਵਾਲੇ ਲੋਕ ਸੀਗੇ
ਜਿਹੜੇ ਮਤਲਬ ਅੱਜ ਜੇ ਅਸੀਂ ਗੱਲ ਕਰਦੇ ਜਦੋਂ ਮੁਸਲਮਾਨਾਂ ਨਾਲ ਦੰਗੇ ਹੁੰਦੇ ਨੇਗੇ, ਉਹੀ ਸੋਚ ਵਾਲੇ ਲੋਕ ਜਿਹੜੇ ਮਤਲਬ ਜਿਹੜੇ ਅੱਜ ਕੁਛ ਇਹੋ ਜਿਹਾ ਅੱਜ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ, ਉਹੀ ਸੋਚ ਵਾਲੇ ਲੋਕ ਉਸ ਸਮੇਂ ਸੀਗੇ ਜਿਨ੍ਹਾਂ ਨੇ ਉਸ ਸਮੇਂ ਸਿੱਖਾਂ ਨੂੰ ਮਾਰਿਆ। ਪਰ ਇਹਦੇ ਨਾਲ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਕੁਝ ਹਿੰਦੂ ਸਾਰੇ ਮਾੜੇ ਨਹੀਂ ਹੁੰਦੇ, ਲੋਕਾਂ ਨੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਆਹ ਉਦਾਹਰਨ ਦੇ ਰਹੇ ਹੋ ਵੀ ਉਹ ਪਿੰਡ ਦੇ ਲੋਕ ਚਾਹੇ ਬ੍ਰਾਹਮਣਾਂ ਦਾ ਪਿੰਡ ਸੀਗਾ ਪਰ ਤੁਹਾਡੀ ਰੱਖਿਆ ਵੀ ਕੀਤੀ ਗਈ। ਪਰ ਉਸ ਤੋਂ ਬਾਅਦ ਜਦੋਂ ਇਹ ਐਪੀਸੋਡ 4 ਤਰੀਕ ਤੱਕ ਆਪਾਂ ਗੱਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਤੁਸੀਂ ਦਿੱਲੀ ਦਾ ਚੱਕਰ ਵੀ ਲਾਇਆ ਹੋਣਾ, ਦਿੱਲੀ ਗਏ ਹੋਵੋਗੇ, ਦੇਖਿਆ ਦਿੱਲੀ ਗਏ ਜੀ, ਦਿੱਲੀ ਸਾਡੇ ਰਿਸ਼ਤੇਦਾਰ ਰਹਿੰਦੇ ਸੀ, ਮੈਨੂੰ ਉਹਨਾਂ ਦਾ ਵੀ ਫਿਕਰ ਸੀਗਾ, ਇਸ ਕਰਕੇ ਦਿੱਲੀ 'ਚ ਜਾਣ ਦਾ ਮੇਰਾ 5 ਤਰੀਕ ਨੂੰ ਮੌਕਾ ਬਣਿਆ। 5 ਤਰੀਕ ਨੂੰ ਜਦੋਂ ਮੈਂ ਗਿਆ ਉਦੋਂ ਵੀ ਹਾਲਾਤ ਬੜੇ ਖਰਾਬ ਸੀ। ਲੋਕ ਜਦੋਂ ਬੱਸ ਦੇ ਵਿੱਚ ਮੈਂ ਉੱਥੋਂ ਕੋਈ 30 ਕਿਲੋਮੀਟਰ ਦਿੱਲੀ ਸੀਗੀ, ਜਦੋਂ ਬੱਸ ਸਫ਼ਰ ਕੀਤਾ ਸਾਰੇ ਮੈਨੂੰ ਦੇਖ ਰਹੇ ਸੀ ਵੀ ਇਹ ਸਿੱਖ ਕਿਵੇਂ ਰਹਿ ਗਿਆ, ਇਹ ਇੱਥੇ ਬੱਸ ਦੇ ਵਿੱਚ ਕਿਵੇਂ ਬੈਠਾ ਹੈਗਾ। ਪਰ ਚੁੱਪਚਾਪ ਮੈਂ ਉਹਦੇ ਇੱਕ ਇਹੋ ਜਿਹੀ ਮਤਲਬ ਸ਼ਨਾਟਾ ਸੀਗਾ ਜਿਹਦੇ ਵਿੱਚ ਕੋਈ ਇੱਕ ਦੂਜੇ ਨੂੰ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀਗਾ, ਅਤੇ ਮੈਂ ਡਰਦਾ ਡਰਾਉਂਦਾ ਮਤਲਬ ਦਿੱਲੀ ਗਿਆ, ਰਿਸ਼ਤੇਦਾਰਾਂ ਦਾ ਪਤਾ ਕੀਤਾ। ਪਰ ਜਦੋਂ ਮੈਂ ਇੱਥੋਂ ਦਿੱਲੀ ਜਾਂਦਾ ਹੀ ਪਹਿਲਾਂ ਬਾਦਲੀ ਆਉਂਦਾ ਹੈਗਾ, ਬਾਦਲੀ ਇੱਕ ਗੁਰਦੁਆਰਾ ਬਣਿਆ ਹੋਇਆ ਸੀਗਾ ਜਿੱਥੇ ਗੁਰਦੁਆਰੇ ਦੇ ਵਿੱਚ ਆਮ ਪੰਜਾਬ ਤੋਂ ਜਾਣ ਵਾਲੇ ਡਰਾਈਵਰ ਲੰਗਰ ਵੀ ਛਕਦੇ ਸੀ, ਅਤੇ ਜ਼ਿਆਦਾਤਰ ਉਹਨਾਂ ਦੇ ਪੈਸਿਆਂ ਨਾਲ ਹੀ ਉਹ ਗੁਰਦੁਆਰਾ ਡਿਵੈਲਪ ਹੋਇਆ ਸੀਗਾ। ਤਾਂ ਮੈਂ ਉੱਥੇ ਦੇਖਿਆ ਕਿ ਗੁਰਦੁਆਰਾ ਦਾ ਨਿਸ਼ਾਨ ਸਾਹਿਬ ਜਿਹੜਾ ਸੀਗਾ ਉਹਨੂੰ ਖਿੱਚ ਕੇ ਧਰਤੀ ਦੇ ਨਾਲ ਲਾਇਆ ਹੋਇਆ ਸੀਗਾ। ਉਹ ਬਾਅਦ 'ਚ ਜਦੋਂ ਉਸ ਹਿਸਟਰੀ ਦਾ ਪਤਾ ਲੱਗਿਆ ਵੀ ਕੀ ਹੋਇਆ, ਕਹਿੰਦੇ ਵੀ ਇਸ ਤਰ੍ਹਾਂ ਕਰਕੇ ਡਰਾਈਵਰ ਬਹੁਤ ਸਾਰੇ ਉਦੋਂ ਜਦੋਂ ਅਟੈਕ ਕੀਤਾ ਗਿਆ ਤਾਂ ਡਰਾਈਵਰ ਬਹੁਤ ਸਾਰੇ ਇੱਥੇ ਜਿਹੜੇ ਮੌਜੂਦ ਸੀਗੇ ਗੁਰਦੁਆਰੇ ਦੇ ਵਿੱਚ, ਤਾਂ ਉਹਨਾਂ ਨੇ ਆਸੇ-ਪਾਸੇ ਜਿਹੜੇ ਪਿੰਡ ਆ ਬਾਦਲੀ ਸੀ, ਸਮੇਪੁਰ ਸੀ, ਹੋਰ ਕਈ ਪਿੰਡ ਹੈਗੇ ਆ, ਉਹਨਾਂ ਨੇ ਟਰੈਕਟਰ ਲਿਆ ਕੇ ਜਿਹੜੀ ਨਿਸ਼ਾਨ ਸਾਹਿਬ ਦੀ ਖਿੱਚ ਸੀਗੀ ਉਹ ਖਿੱਚ ਨੂੰ ਟਰੈਕਟਰ ਦੇ ਮਗਰ ਪਾਇਆ ਅਤੇ ਨਿਸ਼ਾਨ ਸਾਹਿਬ ਨੂੰ ਝੁਕਾ ਕੇ ਧਰਤੀ ਦੇ ਨਾਲ ਲਾ ਦਿੱਤਾ। ਅਤੇ ਜਿਹੜੇ ਲੋਕ ਸੀ ਉੱਥੇ ਉਹਨਾਂ ਨੂੰ ਡਰਾਉਣ ਦੀ ਖਾਤਰ CRP ਪੁਲਿਸ ਵਾਲੇ ਜਿਹੜੇ ਸੀਗੇ ਉਹ ਸ਼ਰੇਆਮ ਹੀ ਮਤਲਬ ਦੰਗਾਈਆਂ ਦਾ ਪੱਖ ਕਰ ਰਹੇ ਸੀਗੇ। ਤਾਂ ਉਹਨਾਂ ਨੂੰ ਅੰਦਰੋਂ ਨਿਕਲਣੋਂ ਬੰਦ ਕਰਤਾ ਕਿ ਨਿਕਲੋ ਨਾ ਤੁਸੀਂ, ਅਤੇ ਅੰਦਰੋਂ ਨਿਕਲ ਨਹੀਂ ਦਿੱਤਾ, ਉਹਨਾਂ ਨੂੰ ਕੁੱਟਿਆ ਮਾਰਿਆ ਗਿਆ। ਜਿਹੜੇ ਡਰਾਈਵਰ ਉੱਥੇ ਰੁਕੇ ਹੋਏ ਸੀਗੇ ਉਹਨਾਂ ਨੇ ਬਥੇਰਾ ਕਿਹਾ ਵੀ ਸਾਡੇ ਕੀ ਕਸੂਰ ਆ, ਸੀ ਤਾਂ ਇੱਥੇ ਆਮ ਰਾਹੀ ਆ, ਆਮ ਰਾਸਤੇ ਮੁਸਾਫਰ ਹੈਗੇ ਆ, ਪਰ ਉਹਨਾਂ ਨੂੰ ਬਹੁਤ ਕੁੱਟਿਆ ਮਾਰਿਆ ਗਿਆ। ਉਸ ਤੋਂ ਬਾਅਦ ਅੱਗੇ ਆਜ਼ਾਦਪੁਰ ਆਉਂਦਾ ਹੈਗਾ, ਸਮੇਪੁਰ ਬਾਦਲੀ ਤੋਂ ਬਾਅਦ ਜਦੋਂ ਜਾਂਦੇ ਆ, ਮੈਂ ਉੱਥੇ ਦੇਖਿਆ ਬੱਸ ਦੇ ਵਿੱਚ ਕਿ ਆਮ ਦੁਕਾਨਾਂ ਜਿਹੜੀਆਂ ਸੀਗੀਆਂ ਖੁੱਲੀਆਂ ਉਹ ਸਾਰੇ ਹਿੰਦੂ ਸਿੱਖਾਂ ਦੀਆਂ ਇਕੱਠੀਆਂ ਦੁਕਾਨਾਂ ਮਤਲਬ ਲੈਣ ਦੇ ਵਿੱਚ ਸੀਗੀਆਂ। ਤਾਂ ਉਹਦੇ 'ਚੋਂ ਗਿਣ ਕੇ ਉਹ ਦੁਕਾਨਾਂ ਸਾੜੀਆਂ ਗਈਆਂ ਜਿਹੜੀਆਂ ਕਿਸੇ ਸਿੱਖ ਦੀਆਂ ਸੀਗੀਆਂ, ਚੁਣ ਚੁਣ ਕੇ, ਕਿਉਂਕਿ ਉਹਦੇ 'ਚ ਧੂੰਆਂ ਨਿਕਲਿਆ ਸਾਫ਼ ਨਜ਼ਰ ਆ ਰਿਹਾ ਸੀਗਾ, ਬਾਹਰ ਲੱਗੀਆਂ ਕਾਲਸ ਪਈ ਹੋਈ, ਛੱਤ ਉੱਡੀ ਹੋਈ, ਸਾਰਾ ਕੁਝ ਨਾ ਰਿਹਾ ਸੀ। ਨਾਲ ਦੀਆਂ 2 ਦੁਕਾਨਾਂ ਸਲਾਮਤ ਸੀਗੀਆਂ, ਤਾਂ ਉਹ ਬੋਰਡ ਵਗੈਰਾ ਜਿਹੜੇ ਸਿੱਖ ਵਾਲੀ ਦੁਕਾਨ ਉਹਦਾ ਮੱਚਿਆ ਹੋਇਆ ਸੀਗਾ, ਦੂਜੀਆਂ ਦੁਕਾਨਾਂ ਦੇ ਹਿੰਦੂ ਬੋਰਡ ਸਾਫ਼ ਨਜ਼ਰ ਆ ਰਹੇ ਸੀਗੇ ਕਿ ਹੈਗੇ ਸੀਗੇ। ਤਾਂ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਹੈਗਾ, ਠੀਕ ਹੈ ਮੈਂ ਹਿੰਦੂ ਸਿੱਖ ਏਕਾ ਜਿਹੜਾ ਪੰਜਾਬ 'ਚ ਹੈਗਾ ਉਹਦੇ ਖਿਲਾਫ ਨਹੀਂ ਹੈਗਾ, ਪਰ ਇਹ ਗੱਲ ਬੜੇ ਦੁੱਖ ਨਾਲ ਮੈਂ ਕਹਿਣਾ ਹੈਗਾ ਕਿ ਜਿਹੜੇ ਮਾਰਨ ਵਾਲੇ ਸੀ ਉਹ ਹਿੰਦੂ ਸੀਗੇ। ਉਹਦਾ ਕਾਰਨ ਸੀਗਾ ਕਿ ਜਦੋਂ ਵੀ ਜਿੱਥੇ ਵੀ ਦੰਗੇ ਹੋਏ ਜਾਂ ਜਿੱਥੇ ਵੀ ਲੋਕਾਂ ਨੂੰ ਮਾਰਿਆ ਗਿਆ, ਸਭ ਤੋਂ ਪਹਿਲਾਂ ਇਹ ਪਲਾਨਿੰਗ ਮਤਲਬ ਸਰਕਾਰ ਦੇ ਲੈਵਲ ਤੇ ਬਣੀ, MP ਉਹਦੇ ਸ਼ਾਮਲ ਹੋਏ, ਫਿਰ MLA ਸ਼ਾਮਲ ਹੋਏ, MLA ਨੇ MC ਨੂੰ ਸ਼ਾਮਲ ਕੀਤਾ। ਜਿਹੜੇ ਲੋਕਲ MC ਸੀ ਉਹਨਾਂ ਕੋਲ ਲਿਸਟਾਂ ਸੀਗੀਆਂ ਵੀ ਸਿੱਖ ਦਾ ਕਿਹੜਾ ਘਰ ਹੈਗਾ ਏਰੀਏ ਵਾਈਜ਼, ਉਹਨਾਂ ਨੇ ਬਕਾਇਦਾ ਨਿਸ਼ਾਨਦੇਹੀ ਕੀਤੀ ਉਹਨਾਂ ਦੀ, ਜਿਹੜਾ ਭੀੜਾਂ ਨੂੰ ਦੱਸਿਆ ਕਿ ਇਹ ਸਿੱਖਾਂ ਦੇ ਘਰ ਹੈਗੇ ਨੇ। ਤੇ ਹੁਣ ਇੱਕ ਗੱਲ ਦੱਸੋ ਕਿ ਇਕੱਲੇ ਸਿੱਖਾਂ ਦਾ ਘਰ ਹੀ ਕਿਉਂ ਭਾਲਿਆ ਗਿਆ? ਜੇ ਸਿੱਖ ਹਿੰਦੂਆਂ ਚੋਂ ਸੀ ਜਾਂ ਹਿੰਦੂ ਨਹੀਂ ਸੀਗੇ ਤਾਂ ਉਹ ਫਿਰ ਸਿੱਖਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਏਗਾ? ਫਿਰ ਤਾਂ ਮੁਹੱਲਾ ਪੂਰਾ, ਚਾਹੇ ਉੱਥੇ ਹਿੰਦੂ ਸੀ ਚਾਹੇ ਸਿੱਖ ਸੀ, ਉਹ ਦੰਗਾ ਹੁੰਦਾ ਤਾਂ ਪੂਰੇ ਮੁਹੱਲੇ ਦੇ ਘਰ ਸਾੜੇ ਜਾਣੇ ਚਾਹੀਦੇ ਸੀਗੇ, ਲੇਕਿਨ ਇਹੋ ਜਿਹਾ ਨਹੀਂ ਹੋਇਆ। ਜੇ ਮੁਹੱਲੇ 'ਚ 50 ਘਰ ਮਤਲਬ ਸੀਗੇ ਟੋਟਲ, ਉਹਦੇ ਵਿੱਚ 4 ਸਿੱਖਾਂ ਦੇ ਘਰ ਹੀ ਸਾੜੇ ਗਏ, ਹਿੰਦੂਆਂ ਦੇ ਘਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਠੀਕ ਆ ਕਿ ਬਿਰਲੇ ਵੇਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਾਣੀ ਦੱਸੀ ਆ ਕਿ ਮੈਨੂੰ ਬਚਾਇਆ, ਇਸ ਤਰ੍ਹਾਂ ਹੋਰ ਵੀ ਲੋਕ ਸੀਗੇ ਹਿੰਦੂ ਬਚਾਉਣ ਵਾਲੇ ਜਿਨ੍ਹਾਂ ਨੇ ਆਪਦੇ ਗੁਆਂਢੀਆਂ ਨੂੰ ਬਚਾਇਆ, ਪਰ ਵੱਡੀ ਗਿਣਤੀ ਜਿਹੜੀ ਭੀੜ ਸੀ ਉਹ ਹਿੰਦੂਆਂ ਦੀ ਸੀ ਜਿਨ੍ਹਾਂ ਨੇ ਮਤਲਬ ਸਿੱਖਾਂ ਨੂੰ ਆਮ ਤੌਰ 'ਤੇ ਟਾਰਗੇਟ ਬਣਾਇਆ, ਨਿਸ਼ਾਨਾ ਬਣਾਇਆ। ਜੀ ਤੇ ਉਸ ਤੋਂ ਬਾਅਦ ਮਤਲਬ ਤੁਸੀਂ ਫਿਰ ਜਿਹੜਾ ਮੁੜ ਵਸੇਬੇ ਵਾਲੀ ਗੱਲ ਹੈ, ਕਿਉਂਕਿ ਤੁਸੀਂ ਨਹੀਂ ਮਤਲਬ ਹਜ਼ਾਰਾਂ ਹੀ ਜਿਹੜਾ ਇਸ ਕਤਲਾਮ ਤੋਂ ਬਾਅਦ ਜਿਹੜੇ ਬਚ ਗਏ, ਜਿਹੜੇ ਤਾਂ ਇਸ ਕਤਲਾਮ ਦੀ ਭੇਟ ਚੜ੍ਹ ਗਏ, ਉਹ ਇੱਕ ਵੱਖਰਾ ਬਹੁਤ ਵੱਡਾ ਵਿਸ਼ਾ ਹੈਗਾ। ਉਹਨਾਂ ਨੂੰ ਤਾਂ ਜਿਹੜਾ ਕੀ ਇਨਸਾਫ ਮਿਲਣਾ ਸੀ ਉਹ ਤਾਂ ਅੱਜ ਤੱਕ ਤੁਰਿਆ ਫਿਰਦਾ, 36 ਸਾਲ ਤੋਂ ਅਦਾਲਤਾਂ 'ਚ ਤੁਰਿਆ ਫਿਰਦਾ। ਪਰ ਜਿਹੜੇ ਮਤਲਬ ਬਚ ਗਏ ਉਸ ਕਤਲਾਮ ਦੇ ਵਿੱਚੋਂ, ਤੇ ਜ਼ਿੰਦਗੀ ਤਾਂ ਫਿਰ ਚੱਲਦੀ ਰਹਿਣੀ ਹੈਗੀ, ਜ਼ਿੰਦਗੀ ਜਿਉਣ ਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਤਰੱਦਦ ਕਰਨਾ ਪਿਆ, ਬਹੁਤ ਮੁਸ਼ਕਿਲ ਹੋਇਆ ਜੀ। ਸੰਧੂ ਸਾਹਿਬ ਅੱਜ 36 ਸਾਲ ਹੋ ਗਏ, 36 ਸਾਲ 'ਚ ਉਹ ਲੋਕ ਅੱਜ ਵੀ ਸੈੱਟ ਨਹੀਂ ਹੋਏ। ਅਨੇਕਾਂ ਬੰਦੇ ਜਿਹੜੇ ਰੋਜ਼ ਮੈਂ ਬਰਨਾਲਾ ਤੇ ਸੰਗਰੂਰ ਦੋਨੋਂ ਜ਼ਿਲ੍ਹਿਆਂ ਦਾ ਪ੍ਰਧਾਨ ਵੀ ਹਾਂ ਕਮੇਟੀ ਦਾ, ਤੇ ਇਸ ਤੋਂ ਇਲਾਵਾ ਮੈਂ DC ਦਫ਼ਤਰ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਇਹਨੂੰ ਇਹਦੇ ਵਾਸਤੇ ਮੁੜ ਵਸੇਬੇ ਵਾਸਤੇ, ਉਹਦੇ ਵਿੱਚ ਮੈਂਬਰ ਵੀ ਹਾਂ। ਸੰਗਰੂਰ ਵੀ ਮੈਂਬਰ ਹਾਂ, ਇੱਥੇ ਵੀ ਮੈਂ ਕਹਿੰਦਾ ਸਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ, ਸਾਡੀਆਂ ਮੀਟਿੰਗਾਂ ਚੀਫ ਮਿਨਿਸਟਰ ਨਾਲ ਵੀ ਹੋਈਆਂ ਨੇ। ਪਰ ਬਹੁਤ ਹੀ ਵੱਡੀ ਦਿੱਕਤ ਹੈ। ਇੱਕ ਮੈਂ ਤੁਹਾਨੂੰ ਇੱਥੇ ਮੁੜ ਵਸੇਬੇ ਨਾਲੋਂ ਪਹਿਲਾਂ ਦਿੱਲੀ ਦੀ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ। ਇੱਕ ਬਹੁਤ ਵੱਡਾ ਵਰਗ ਉੱਥੇ ਕਿਸੇ ਵੀ ਤਰ੍ਹਾਂ ਦਾ ਲਾਭ
ਨਹੀਂ ਲੈ ਸਕਿਆ, ਨਾ ਉਹਨਾਂ ਨੂੰ ਇਨਸਾਫ ਕਦੇ ਮਿਲੇਗਾ ਨਾ ਮਿਲ ਸਕਿਆ। ਉਹ ਸੀਗੇ ਉਹ ਬੰਦੇ ਜਿਹੜੇ ਰਾਈਟਸ ਦੇ ਟਾਈਮ ਦੇ ਉੱਤੇ ਬੱਸਾਂ 'ਚ ਰੇਲ ਗੱਡੀਆਂ 'ਚ ਸਫ਼ਰ ਕਰ ਰਹੇ ਸੀਗੇ। ਉਹਨਾਂ ਨੂੰ ਅਲੱਗ-ਅਲੱਗ ਸਟੇਸ਼ਨਾਂ 'ਤੇ ਮੰਨ ਲਓ ਬੰਬੇ ਤੋਂ ਬੰਦਾ ਚੱਲਿਆ, ਉਹਨੂੰ ਰਾਹ ਦੇ ਵਿੱਚ ਕਿੱਥੇ ਮਾਰ ਦਿੱਤਾ ਗਿਆ ਦਿੱਲੀ ਆਉਂਦਿਆਂ ਤਾਂ ਉਹਦਾ ਕੋਈ ਪਤਾ ਨਾ ਘਰਦਿਆਂ ਨੂੰ ਲੱਗਿਆ ਤੇ ਨਾ ਉਹਨੂੰ ਸਰਕਾਰ ਨੇ ਬੈਨੀਫਿਟ ਲਈ ਗਿਣਿਆ ਹੈਗਾ। ਕਿਉਂਕਿ ਸਰਕਾਰ ਦਾ ਜਿਹੜਾ ਪ੍ਰੋਸੈਸ ਸੀਗਾ, ਜਦੋਂ ਅਸੀਂ ਇਹਨਾਂ ਨੂੰ RTI ਪਾ ਕੇ ਪੁੱਛਿਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਲਾਪਤਾ ਹੈਗੇ ਨੇ, ਹੁਣ ਤੱਕ ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਘਰਦਿਆਂ ਨੂੰ ਕਿ ਵੀ ਕਿੱਥੇ ਮਾਰੇ ਗਏ, ਤਾਂ ਉਹ ਕਿਸ ਤਰ੍ਹਾਂ ਮਤਲਬ ਮੁਆਵਜ਼ਾ ਲੈਣਗੇ। ਤਾਂ ਗ੍ਰਹਿ ਮੰਤਰਾਲੇ ਨੇ ਮੈਨੂੰ RTI ਰਾਹੀਂ ਜਵਾਬ ਦਿੱਤਾ ਕਿ 1872 ਦਾ ਇੱਕ ਐਵੀਡੈਂਸੀ ਐਕਟ ਹੈਗਾ, ਉਹਦੇ ਤਹਿਤ ਤੁਹਾਨੂੰ ਪਹਿਲਾਂ FIR ਦਰਜ ਕਰਾਉਣੀ ਪਊਗੀ। ਫਿਰ ਜੇ ਉਹ ਪੁਲਿਸ ਵਾਲੇ ਕਹਿਣਗੇ ਕਿ ਵੀ ਇਹ ਨਹੀਂ ਲੱਭਦਾ ਤਾਂ ਤੁਸੀਂ ਜਿਹੜਾ ਇਲਾਕੇ ਦਾ ਕੋਰਟ ਆ ਉਹਦੇ ਵਿੱਚ ਤੁਹਾਨੂੰ ਜਾਣਾ ਪਏਗਾ, ਐਵੀਡੈਂਸ ਐਕਟ ਦੇ ਤਹਿਤ ਉੱਤੇ ਅਰਜੀ ਫਾਈਲ ਕਰਨੀ ਪਊਗੀ। ਤਾਂ ਫਿਰ ਜੱਜ ਉਹਨੂੰ ਮਰਿਆ ਹੋਇਆ ਡਿਕਲੇਅਰ ਕਰੂਗਾ। ਮਰਿਆ ਹੋਇਆ ਡਿਕਲੇਅਰ ਕਰਨ ਤੋਂ ਬਾਅਦ ਤੁਹਾਨੂੰ SCM ਮੌਤ ਦਾ ਸਰਟੀਫਿਕੇਟ ਇਸ਼ੂ ਕਰੇਗਾ, ਫਿਰ ਤੁਸੀਂ ਇਹ ਮੁਆਵਜ਼ਾ ਲੈ ਸਕਦੇ ਹੋ। ਜਦ ਮੇਰੇ ਕੋਲ 2 ਕੇਸ ਇਹੋ ਜਿਹੇ ਨੇ, ਮੈਂ 3 ਸਾਲ ਧੱਕੇ ਖਾਂਦਾ ਦਿੱਲੀ ਤੱਕ ਵੀ ਗਿਆ, ਪਰ ਉਹਨਾਂ ਨੂੰ ਮੈਂ ਇਨਸਾਫ ਨਹੀਂ ਦਿਵਾ ਸਕਿਆ। ਇੱਕ ਗੰਡੂਗਾ ਪਿੰਡ ਹੈਗਾ ਸੁਨਾਮ ਦੇ ਕੋਲ, ਇੱਕ ਪਿੰਡ ਹੋਰ ਹੈਗਾ ਸੁਨਾਮ ਦੇ ਕੋਲ, ਦੋਨੋਂ ਮਾਸੀਆਂ ਦੇ ਪੁੱਤ ਸੀਗੇ। ਦੰਗਿਆਂ ਤੋਂ ਪਹਿਲਾਂ ਸੰਧੂ ਸਾਹਿਬ ਦੀਵਾਲੀ ਸੀਗੀ ਕੁਝ ਦਿਨ ਪਹਿਲਾਂ, ਉਹ ਦੀਵਾਲੀ ਤੇ ਆਪਦੇ ਘਰ ਆਏ ਹੋਏ ਸੀ, ਉੱਥੇ ਲੇਬਰ ਦਾ ਕੰਮ ਕਰਦੇ ਸੀ ਵਿਚਾਰੇ। ਤਾਂ ਘਰ ਜਦੋਂ ਆਇਆ, ਇੱਕ ਬੰਦਾ ਪਹਿਲਾਂ ਲੇਬਰ ਦਾ ਕੰਮ ਕਰਦਾ ਸੀ, ਉਹ ਜਦੋਂ ਆਪਦੇ ਮਾਸੀ ਨੂੰ ਮਿਲਣ ਗਿਆ ਤਾਂ ਉਹਦੀ ਮਾਸੀ ਦਾ ਮੁੰਡਾ ਕਹਿੰਦਾ ਮੈਂ ਬੇਰੁਜ਼ਗਾਰ ਆ, ਮੈਨੂੰ ਤੂੰ ਨਾਲ ਲੈ ਚੱਲ। ਉਹ ਵਿਆਹਿਆ ਹੋਇਆ ਸੀ, ਆਪਦੇ ਮਾਸੀ ਦਾ ਮੁੰਡਾ ਸੀ, ਕਿ ਮੈਂ ਇਹਨੂੰ ਤੂੰ ਨਾਲ ਲੈ ਚੱਲ, ਮੈਂ ਜਿਹੜਾ ਹੈਗਾ ਮਤਲਬ ਉੱਥੇ ਮੈਨੂੰ ਨੌਕਰੀ ਲਵਾ ਦੀ। ਉਹ ਕਹਿੰਦਾ ਚੱਲ। ਕਿਸੇ ਨੂੰ ਕੀ ਪਤਾ ਸੀਗਾ 3 ਦਿਨ ਬਾਅਦ ਇਹਨਾਂ ਦੀਆਂ ਲਾਸ਼ਾਂ ਮਿਲ ਜਾਣਗੀਆਂ। ਉਹ ਸੁਨਾਮ ਤੋਂ ਰੇਲ ਗੱਡੀ ਤੇ ਚੜੇ, ਕਿੱਥੇ ਗਏ ਕਿੱਥੇ ਨਹੀਂ ਗਏ ਅੱਜ ਤੱਕ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਨਹੀਂ ਹੈਗਾ। ਉਹ ਕੇਸ ਜਦੋਂ ਮੇਰੇ ਕੋਲ ਆਇਆ ਲਗਾਤਾਰ 15-16 ਸਾਲਾਂ ਪਿੱਛੋਂ, ਤਾਂ ਮੈਂ ਬੜੀ ਕੋਸ਼ਿਸ਼ ਕੀਤੀ DC ਦਫ਼ਤਰ ਤੋਂ ਵੀ ਕੇਸ ਨੂੰ ਹੱਲ ਕਰਾਇਆ। ਖੈਰ ਕਰਾ ਕੇ ਇਹਨਾਂ ਨੇ ਹੈਲਪ ਇੱਥੇ DC ਦਫ਼ਤਰ ਨੇ ਸਾਡੀ ਕੀਤੀ। ਉਸ ਤੋਂ ਬਾਅਦ ਜਿਹੜਾ ਕੰਮ ਸੀਗਾ ਉਹ ਦਿੱਲੀ ਦਾ ਕੰਮ ਸੀਗਾ। ਅਸੀਂ ਉਹਨਾਂ ਨੂੰ ਇੱਥੋਂ ਅਰਜੀ ਪਾਈ ਗ੍ਰਹਿ ਮੰਤਰਾਲੇ ਨੂੰ ਕਿ ਇਹ ਬੰਦੇ ਇਸ ਤਰ੍ਹਾਂ ਗਏ ਸੀਗੇ, ਇਹਨਾਂ ਦੀ ਪੜਤਾਲ ਕੀਤੀ ਜਾਵੇ। ਸਾਨੂੰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲਿਖ ਕੇ, ਕਿਉਂਕਿ ਉਹਦੇ ਵਿੱਚ ਪ੍ਰੋਸੈਸ 1872 ਵਾਲੇ ਐਕਟ ਦੇ ਵਿੱਚ ਇਹ ਸੀਗਾ ਕਿ ਜੇ ਪੁਲਿਸ ਰਿਪੋਰਟ ਦੇਗੀ ਕਿ ਨਹੀਂ ਮਿਲਿਆ ਤਾਂ ਤੁਸੀਂ ਕੋਰਟ ਜਾ ਸਕਦੇ ਹੋ। ਉਹਨਾਂ ਨੇ ਇਹ ਚੀਜ਼ ਨੂੰ ਸਮਝਿਆ ਵੀ ਸਾਨੂੰ ਕੋਰਟ ਜਾਣਾ ਪਊਗਾ, ਉਹਨਾਂ ਨੇ ਸਾਨੂੰ ਜਵਾਬ ਹੀ ਨਹੀਂ ਦਿੱਤਾ ਉਸ ਗੱਲ ਦਾ। ਖੁਦ ਮੈਂ ਮਤਲਬ ਉੱਥੇ ਜਾ ਕੇ ਵੀ ਆਇਆ, ਅੱਜ ਤੱਕ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਿਆ। ਇਹੋ ਜਿਹੇ ਕੇਸ ਬਹੁਤ ਸਾਰੇ ਨੇ, ਇੱਕ ਨਹੀਂ ਬਹੁਤ ਸਾਰੇ ਆ, ਜਿਨ੍ਹਾਂ ਨੂੰ ਕਦੇ ਵੀ ਇਨਸਾਫ ਨਾ ਮਿਲ ਸਕੇਗਾ, ਨਾ ਸਰਕਾਰ ਦਾ ਇਰਾਦਾ ਦੇਣ ਦਾ ਹੈਗਾ। ਜੇ ਸਰਕਾਰ ਦਾ ਇਰਾਦਾ ਹੋਵੇ ਤਾਂ 1872 ਦਾ ਕਾਨੂੰਨ ਬਣਿਆ ਉਹ 1984 ਦੇ ਦੰਗਿਆਂ ਤੇ ਕਿਵੇਂ ਲਾਗੂ ਹੋ ਸਕਦਾ ਹੈਗਾ। ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ, ਉਹਦੇ 'ਚ ਅਮੈਂਡਮੈਂਟ ਕਰਦੀ ਸਰਕਾਰ ਕਿ ਜਿਹੜੇ ਕੇਸ ਇਸ ਤਰ੍ਹਾਂ ਦੇ ਹੈਗੇ ਉਹ ਜਿੱਥੇ ਵੀ ਮਾਰਿਆ ਗਿਆ, ਜੇ ਘਰ ਦੇ ਕਹਿੰਦੇ ਨੇ ਕਿ ਸਾਡਾ ਬੰਦਾ ਨਹੀਂ ਹੈਗਾ, ਅਕਸਰ ਉਹ ਬੰਦਾ ਗਿਆ ਕਿੱਥੇ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੱਸੇ ਉਹਨੂੰ। ਜੀ, ਜੇ ਉਹ ਨਹੀਂ ਸਰਕਾਰ ਲੱਭ ਸਕਦੀ ਜਾਂ ਨਹੀਂ ਉਹਦਾ ਪਤਾ ਦੇ ਸਕਦੀ ਤਾਂ ਉਹਨਾਂ ਨੂੰ ਮੁਆਵਜ਼ਾ ਦੇਵੇ ਜਾਂ ਮੌਤ ਦਾ ਸਰਟੀਫਿਕੇਟ ਇਸ਼ੂ ਕਰੇ। ਜੀ ਬਿਲਕੁਲ। ਹਾਂ ਜੀ, ਉਹ ਬਿਰਧ ਔਰਤ ਅੱਜ ਵੀ ਰੋ ਕੇ ਮਰ ਗਈ, ਉਹਦੀ ਮਾਂ ਮਰ ਗਈ ਮੁੰਡੇ ਦੀ ਇੱਕ ਦੀ, ਉਹ ਸਾਰੀ ਉਮਰ ਧੱਕੇ ਖਾਂਦੀ ਰਹੀ, ਉਹਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਮੁੜ ਵਸੇਬੇ ਤੋਂ ਬਾਅਦ ਇੱਥੇ ਕੀ ਬਣਿਆ, ਇੱਥੇ ਵੀ ਲੋਕ ਧੱਕੇ ਖਾਂਦੇ ਆ ਰਹੇ ਨੇ। 2005 ਦੇ ਵਿੱਚ 26 ਸਤੰਬਰ 2005 ਨੂੰ ਸੈਂਟਰ ਗੌਰਮੈਂਟ ਨੇ ਇੱਕ ਰਿਪੋਰਟ ਮੰਗੀ ਸੀ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਨੇ ਆਪਦੇ ਆંકੜਿਆਂ 'ਚ ਮੈਡਮ ਰੂਪਮ ਦੇਓਲ ਬਜਾਜ ਦੇ ਸੈਨਾ ਥੱਲੇ ਉਸ ਰਿਪੋਰਟ ਗਈ ਸੀਗੀ, ਉਹਦੇ ਵਿੱਚ ਉਹਨਾਂ ਲਿਖਿਆ ਕਿ 1984 ਦੇ ਕਤਲੇਆਮ ਵੇਲੇ 31,745 ਫੈਮਲੀਜ਼ ਜਿਨ੍ਹਾਂ ਦੇ ਔਰਤਾਂ ਤੇ ਬੱਚਿਆਂ ਦੀ ਗਿਣਤੀ ਉਹਨਾਂ ਨੇ 1.5 ਲੱਖ ਦੱਸੀ ਆ, ਉਹ ਬਾਹਰਲੇ ਰਾਜਾਂ ਤੋਂ ਉੱਜੜ ਕੇ, ਬਾਹਰਲੇ 18 ਰਾਜਾਂ ਤੋਂ ਉੱਜੜ ਕੇ ਪੰਜਾਬ 'ਚ ਆਏ ਨੇ। ਉਹ ਇਹ ਸਰਕਾਰੀ ਅੰਕੜੇ ਖੁਦ ਕਹਿੰਦੇ 31,745 ਫੈਮਲੀ, ਬੰਦੇ ਨਹੀਂ, ਫੈਮਲੀ। ਫੈਮਿਲੀ ਦਾ ਮਤਲਬ ਹੈਗਾ ਜੇ ਇੱਕ ਪਰਿਵਾਰ 'ਚ 5 ਜੀ ਵੀ ਹੋਏ ਤਾਂ ਉਹਨਾਂ ਦੀ ਬੱਚਿਆਂ ਔਰਤਾਂ ਦੀ ਵੀ ਸਹੀ ਗਿਣਤੀ ਦਿੱਤੀ ਹੈ, 1.5 ਲੱਖ ਦੇ ਕਰੀਬ ਬਣਦੀ ਹੈਗੀ ਆ ਕਿ ਉਹ ਬੰਦੇ ਸੀਗੇ। ਜਦ ਕਿ ਮੈਂ ਕਹਿੰਦਾ ਇਹ ਸਰਕਾਰੀ ਅੰਕੜੇ ਵੀ ਗਲਤ ਹੈਗੇ। 40,000 ਤੋਂ ਵੱਧ ਲੋਕ ਜਿਹੜੇ ਆ ਉਹ ਉਜਾੜੇ ਦਾ ਕਾਰਨ ਬਣੇ। ਜਿਹੜੇ 3300 ਕਹਿੰਦੇ ਦਿੱਲੀ 'ਚ 3300 ਬੰਦੇ ਮਾਰੇ ਗਏ, ਉੱਥੇ 3300 ਨਹੀਂ ਮਾਰੇ ਗਏ, 10,000 ਤੋਂ ਵੱਧ ਬੰਦੇ ਕਤਲੇਆਮ ਹੋਏ, ਜਿਨ੍ਹਾਂ ਦਾ ਉਹਨਾਂ ਨੇ ਨਾ ਤਾਂ ਦਿੱਲੀ ਪੁਲਿਸ ਨੇ ਰਿਪੋਰਟਾਂ ਲਿਖੀਆਂ, ਨਾ ਹੀ ਉਹਨਾਂ ਬੰਦਿਆਂ ਨੂੰ ਕੋਈ ਇਨਸਾਫ ਦਿੱਤਾ, ਨਾ ਉਹਨਾਂ ਦੀ ਕਿਤੇ ਗਿਣਤੀ ਕੀਤੀ ਇਹਨਾਂ ਨੇ। ਇਹ ਹਾਲ ਸਰਕਾਰਾਂ ਦੇ ਨੇ। ਅਸੀਂ ਪੰਜਾਬ 'ਚ ਆ ਗਏ। ਪੰਜਾਬ 'ਚ ਆ ਕੇ ਇਹ ਠੀਕ ਹੈ, ਇਹ ਮੰਨਣ ਵਾਲੀ ਗੱਲ ਹੈਗੀ ਆ ਕਿ ਆਮ ਸਰਕਾਰਾਂ ਨਾਲੋਂ ਜਿਹੜਾ ਕੰਮ ਹੋਇਆ ਦੰਗਾ ਪੀੜਤਾਂ ਦੇ ਮਾਮਲੇ 'ਚ ਉਹ ਅਕਾਲੀ ਸਰਕਾਰਾਂ ਵੇਲੇ ਹੋਇਆ ਹੈਗਾ। ਅਕਾਲੀ ਸਰਕਾਰਾਂ ਵੇਲੇ ਵੀ ਸੁਜੀਤ ਬਨਾਲੇ ਦੀ ਸਰਕਾਰ ਨੇ 24 ਦਸੰਬਰ 1985 ਨੂੰ ਦੰਗਾ ਪੀੜਤਾਂ ਵਾਸਤੇ ਇੱਕ ਪਾਲਿਸੀ ਬਣਾਈ ਸੀਗੀ ਕਿ ਦੰਗਾ ਪੀੜਤਾਂ ਨੂੰ ਇਹਨਾਂ ਸ਼ਰਤਾਂ ਦੇ ਤਹਿਤ ਲਾਲ ਕਾਰਡ ਇਸ਼ੂ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਮੁੜ ਸੇਵਾ ਕੀਤਾ ਜਾਊਗਾ। ਪਰ ਉਹ ਉਸ ਟਾਈਮ ਵੀ ਕਾਰਡ ਸਾਰੇ ਬੰਦੇ ਨਹੀਂ ਬਣਾ ਸਕੇ ਕਿਉਂਕਿ ਸਾਰੇ ਬੰਦਿਆਂ ਨੂੰ ਪਤਾ ਨਹੀਂ ਲੱਗਿਆ ਜੀ। ਉਹ ਪਾਲਿਸੀਆਂ ਜਿਹੜੀਆਂ ਬਣਾਈਆਂ ਉਹ ਸਾਡੇ ਨਾਲ ਇੱਥੇ ਨਫ਼ਰਤ ਇੰਨੀ ਆਉਣਸਾਰ ਕੀਤੀ ਗਈ ਕਿਉਂਕਿ ਇੱਥੇ ਦੁਖਾਂਤ ਪਹਿਲਾਂ ਪੰਜਾਬ ਦੇ ਵਿੱਚ ਅੱਤਵਾਦ ਦਾ ਵਾਪਰ ਚੁੱਕਿਆ ਸੀਗਾ। ਜਿੰਨੀ ਅਫਸਰਸ਼ਾਹੀ ਸੀਗੀ ਉਹ ਸਾਨੂੰ ਇੱਕ ਬੋਝ ਗਿਣਦੀ ਸੀਗੀ। ਅੱਤਵਾਦ ਪੀੜਤਾਂ ਨੂੰ ਸਹੀ ਗਿਣਦੇ ਸੀ। ਉਹ ਕਹਿੰਦੇ ਵੀ ਅੱਤਵਾਦ ਵੀ ਸਹੀ ਆ, ਸਾਨੂੰ ਤਾਂ ਇਹ ਸਮਝਦੇ ਸੀ ਵੀ ਇਹ ਕਿੱਥੋਂ ਆ ਗਏ। ਦਫ਼ਤਰਾਂ 'ਚ ਬੜੀ ਮੁਸ਼ਕਿਲ ਦਾ ਸਾਹਮਣਾ ਸਾਨੂੰ ਸ਼ੁਰੂ 'ਚ ਕਰਨਾ ਪਿਆ
ਅਖੀਰੀ ਉਹ ਸਿਰੇ ਤੱਕ ਲੱਗੇ ਰਹੇ। ਜਿਹੜੀ 1985 'ਚ ਪਾਲਿਸੀ ਬਣੀ ਉਹ ਸਿਰਫ ਦੰਗਾ ਪੀੜਤਾਂ ਵਾਸਤੇ ਬਣੀ ਸੀਗੀ ਜੀ, ਪਰ ਉਹਦੇ 'ਚ ਬਾਅਦ 'ਚ 90 'ਚ ਜਿਵੇਂ ਹੀ ਸਰੀਸੋ ਬਨਾਲੇ ਦੀ ਸਰਕਾਰ ਡਿੱਗੀ, ਗਵਰਨਰੀ ਰਾਜ ਆਇਆ, ਤਾਂ 1990 'ਚ ਉਹਦੇ 'ਚ ਅੱਤਵਾਦ ਪੀੜਤ ਵੀ ਸ਼ਾਮਿਲ ਕਰ ਦਿੱਤੇ ਗਏ। ਅਸੀਂ ਇਸ ਚੀਜ਼ ਦੇ ਵਿਰੋਧੀ ਨਹੀਂ ਹੈ ਕਿ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ। ਅਸੀਂ ਕਹਿੰਦੇ ਸਾਡੇ ਭਰਾ ਨੇ, ਉਹ ਵੀ ਅਫੈਕਟਡ ਨੇ, ਉਹਨਾਂ ਨੂੰ ਮਿਲਣਾ ਚਾਹੀਦਾ। ਪਰ ਸਾਡੀ ਡਿਮਾਂਡ ਇਹ ਆ ਕਿ ਤੁਸੀਂ ਨੌਕਰੀਆਂ ਦੇ ਵਿੱਚ 5% ਰਿਜ਼ਰਵੇਸ਼ਨ ਦਿੱਤੀ ਉਸ ਪਾਲਿਸੀ ਦੇ ਵਿੱਚ, ਹੋਰ ਕੰਮਾਂ ਕਾਰਾਂ 'ਚ 5% ਰਿਜ਼ਰਵੇਸ਼ਨ ਦਿੱਤੀ, ਮਕਾਨਾਂ 'ਚ 5% ਰਿਜ਼ਰਵੇਸ਼ਨ ਦਿੱਤੀ। ਪਰ ਅਸੀਂ ਇਹ ਕਹਿੰਦੇ ਆ ਕਿ 40,000 ਪਰਿਵਾਰ ਤਾਂ ਉਹ ਸੀਗੇ ਜਿਹੜੇ ਦੰਗਿਆਂ 'ਚ ਆਏ ਸੀਗੇ, 25-30,000 ਪਰਿਵਾਰ ਅੱਤਵਾਦ ਪੀੜਤਾਂ ਦੇ ਸੀਗੇ। ਜੇ ਤੁਸੀਂ ਮਤਲਬ ਉਹਨਾਂ ਨੂੰ ਇਹਦੇ ਸ਼ਾਮਲ ਕਰਨਾ ਸੀ ਤਾਂ ਉਹ ਜਿਹੜੀ ਪਰਸੈਂਟੇਜ ਆ ਉਹਨੂੰ ਵੀ ਵਧਾਉਣਾ ਚਾਹੀਦਾ ਸੀਗਾ। ਉਹਦੇ ਨਾਲ ਰਿਜ਼ਲਟ ਇਹ ਨਿਕਲਿਆ ਕਿ ਨਾ ਤਾਂ ਉਹਦਾ ਪੂਰਾ ਫਾਇਦਾ ਅੱਤਵਾਦ ਪੀੜਤਾਂ ਨੂੰ ਹੋਇਆ, ਨਾ ਪੂਰਾ ਫਾਇਦਾ ਦੰਗਾ ਪੀੜਤਾਂ ਨੂੰ ਹੋਇਆ। ਜੀ ਜੀ। ਦੂਜੀ ਗੱਲ, ਕਾਂਗਰਸ ਸਰਕਾਰਾਂ ਤਾਂ ਕਰਨਾ ਕੀ ਸੀਗਾ, ਅਖੀਰੀ ਇਹਨਾਂ ਨੇ 9 ਕਮੇਟੀਆਂ ਤੇ ਕਮਿਸ਼ਨ ਬਣਾਏ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਦੰਗਿਆਂ ਦੀ ਜਾਂਚ ਲਈ। ਕਿਸੇ ਨੇ ਕੁਝ ਨਹੀਂ ਕੀਤਾ। ਜਦੋਂ ਵੀ ਕੋਈ ਉਹਦਾ ਚੇਅਰਮੈਨ ਫੈਸਲੇ ਤੇ ਆਉਂਦਾ ਸੀਗਾ ਤਾਂ ਜਾਂ ਤਾਂ ਕਾਂਗਰਸ ਸਰਕਾਰ ਉਹਨੂੰ ਬਦਲ ਦਿੰਦੀ ਸੀ ਜਾਂ ਉਹਨੂੰ ਲਾਲਚ ਦੇ ਕੇ ਕਿਸੇ ਅਹੁਦੇ ਦਾ ਉਹਨੂੰ ਗੱਠ ਲਿਆ ਜਾਂਦਾ ਸੀਗਾ। ਅਖੀਰ ਨਾਨਾਵਤੀ ਕਮਿਸ਼ਨ ਬਣਿਆ ਜਿਹਨੇ ਖੁੱਲ੍ਹ ਕੇ ਸਿਫਾਰਸ਼ਾਂ ਕੀਤੀਆਂ। ਉਹਨੇ ਆਪਦੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਕਿ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਬਕਾਇਦਾ 250-300 ਕੇਸ ਉਹਨੇ ਦੇਖੇ, ਜਿਹੜੇ ਕੇਸ ਪੁਲਿਸ ਨੇ ਬੰਦ ਕਰ ਦਿੱਤੇ ਗਏ ਸੀਗੇ, ਉਹ ਕੇਸ ਬਣਦੇ ਸੀਗੇ। ਉਹਨਾਂ ਨੇ ਕਿਹਾ ਇਹਦੇ 'ਚ ਗੁੰਜਾਇਸ਼ ਹੈਗੀ ਆ, ਇਹਨਾਂ ਕੇਸਾਂ ਨੂੰ ਦੁਬਾਰਾ ਖੋਲ੍ਹੋ, ਤੁਸੀਂ ਦੁਬਾਰਾ ਸੁਣਵਾਈ ਕਰੋ ਇਹਨਾਂ ਦੀ ਜਿਹੜੇ ਕਤਲ ਆ ਉੱਥੇ ਹੋਇਆ ਹੈਗਾ ਜੀ। ਨਾਲ ਹੀ ਉਹਨੇ ਇਹ ਵੀ ਦਿੱਤਾ ਕਿ ਜਿਹੜੇ ਬੰਦੇ ਇੱਥੋਂ ਉੱਜੜ ਕੇ ਚਲੇ ਗਏ ਉਹਨਾਂ ਦੇ ਮੁੜ ਵਸੇਵੇ ਵਾਸਤੇ ਸਰਕਾਰ ਨੇ ਹੁਣ ਤੱਕ ਕੁਝ ਨਹੀਂ ਕੀਤਾ, ਸਰਕਾਰ ਉਹਦਾ ਮੁੜ ਵਸੇਵਾ ਕਰੇ ਜੀ। ਤਾਂ ਉਸ ਟਾਈਮ ਜਦੋਂ ਉਹ ਰਿਪੋਰਟ ਨਾਨਾਵਤੀ ਦੀ ਆਈ, ਪਹਿਲਾਂ ਤਾਂ ਕਾਂਗਰਸ ਨੇ ਦੱਬ ਲਈ। ਅਖੀਰੀ ਉੱਥੇ ਪਾਰਲੀਮੈਂਟ ਨੂੰ ਕਈ ਦਿਨ ਤੱਕ ਮਤਲਬ ਲੋਕਲ ਜਿਹੜੇ ਅਕਾਲੀ MP ਸੀਗੇ ਜਾਂ ਦੂਜਿਆਂ ਦੀ ਸਹਿਯੋਗ ਨਾਲ ਉਹਨਾਂ ਨੇ ਜਾਮ ਕੀਤਾ। ਤਾਂ ਸਰਕਾਰ ਨੇ ਐਲਾਨ ਕੀਤਾ ਕਿ 715 ਕਰੋੜ ਰੁਪਈਆ ਟੋਟਲ ਜਿਹੜਾ ਹੈਗਾ ਉਹ ਰੱਖਿਆ ਗਿਆ ਉਹ ਦੰਗਿਆਂ ਤੋਂ ਜਿਹੜੇ ਅਫੈਕਟਡ ਸੀ ਉਹਨਾਂ ਵਾਸਤੇ, ਜਿਹਦੇ ਵਿੱਚ 440 ਕਰੋੜ ਰੁਪਈਆ ਉਹ ਜਿਹੜੀ ਰੂਪਮ ਦੇਵਲ ਬਜਾਜ ਨੇ ਭੇਜੀ ਸੀ ਕਿ 22,000 ਬੰਦੇ ਅਸੀਂ ਰਜਿਸਟਰਡ ਕੀਤੇ 31,745 ਫੈਮਿਲੀ ਦੇ ਵਿੱਚੋਂ, ਤਾਂ 2-2 ਲੱਖ ਦੇ ਹਿਸਾਬ ਨਾਲ 440 ਕਰੋੜ ਰੁਪਈਆ ਪੰਜਾਬ ਵਾਸਤੇ ਉਹਨਾਂ ਨੇ ਨਾਮਜ਼ਦ ਕੀਤਾ ਕਿ ਇਹ ਪੰਜਾਬ ਵਾਲਿਆਂ ਨੂੰ ਦਿੱਤਾ ਜਾਏਗਾ। ਇਹ 2006 ਦੀ ਗੱਲ ਹੈਗੀ ਆ। 1 ਜਨਵਰੀ 2006 ਨੂੰ ਇਹ ਚਿੱਠੀਆਂ ਪੰਜਾਬ ਦੇ ਵਿੱਚ ਆਈਆਂ। ਜਦ ਅਸੀਂ DC ਦਫ਼ਤਰਾਂ ਦੇ ਵਿੱਚ ਉਹ ਪੈਸੇ ਲੈਣ ਲਈ ਲੋਕਾਂ ਨੂੰ ਕਾਲ ਕੀਤੀ ਤਾਂ ਇੰਨੇ ਲੋਕ ਹੋਰ ਸਾਹਮਣੇ ਆ ਗਏ ਜਿਨ੍ਹਾਂ ਕੋਲ ਲਾਲ ਕਾਰਡ ਨਹੀਂ ਸਨ ਜੀ। ਉਹ ਕਹਿੰਦੇ ਅਸੀਂ ਦੰਗਾ ਪੀੜਤਾ, ਉਹਨਾਂ ਕੋਲ ਬਕਾਇਦਾ ਪ੍ਰੂਫ ਸੀਗੇ ਸਾਰੇ ਜੀ ਜੀ। ਤਾਂ ਅਸੀਂ ਇਹ ਗੱਲ ਦਾ ਰੌਲਾ ਪਾਇਆ ਕਿ ਜਿਹੜੇ ਬੰਦੇ ਜਿਨ੍ਹਾਂ ਦੇ ਹੁਣ ਤੱਕ ਕਾਰਡ ਨਹੀਂ ਬਣੇ, ਤੁਸੀਂ ਇਹ ਉਹਨਾਂ ਨੇ ਸ਼ਰਤ ਲਾਤੀ ਇਹ ਕਿ ਇਹ 2 ਲੱਖ ਰੁਪਇਆ ਉਹਨੂੰ ਮਿਲੇਗਾ ਜਿਹਦੇ ਕੋਲ ਕਾਰਡ ਹੈਗਾ ਜੀ। ਇਹਦਾ ਮਤਲਬ ਇਹ ਸੀਗਾ ਕਿ ਉਹ ਸਾਰੇ ਬੰਦੇ ਉਸ ਤੋਂ ਬੈਨੀਫਿਟ ਤੋਂ ਵਾਂਝੇ ਰਹਿ ਜਾਂਦੇ। ਤਾਂ ਅਸੀਂ ਜਦੋਂ ਇਹ ਰੌਲਾ ਪਾਇਆ ਤਾਂ ਇਹ ਗੱਲ ਭੱਠਲ ਤੱਕ ਪਹੁੰਚੀ। ਭੱਠਲ ਉਦੋਂ ਕੈਬਨਿਟ ਕਮੇਟੀ ਦੀ ਚੇਅਰਪਰਸਨ ਸੀਗੀ ਔਰ ਡਿਪਟੀ ਮੁੱਖ ਮੰਤਰੀ ਵੀ ਸੀਗੀ। ਉਹਦੇ ਕੋਲ ਗੱਲ ਪਹੁੰਚੀ ਤਾਂ ਇਹਨਾਂ ਨੇ ਜਦੋਂ ਦੇਖਿਆ ਵੀ ਇਹ ਮਤਲਬ ਰੌਲਾ ਪਊਗਾ, ਕਾਰਡ ਦੀ ਹੋਰ ਮੰਗ ਕਰਨਗੇ, ਤਾਂ ਇਹਨਾਂ ਨੇ ਇੱਕ ਮਤਾ ਪਾਤਾ ਕੈਬਨਿਟ ਕਮੇਟੀ ਦਾ। ਅੱਜ ਮੇਰੇ ਕੋਲ ਕਾਪੀ ਪਈ ਆ, ਮੈਂ ਲੈ ਕੇ ਨਹੀਂ ਆਇਆ ਨਾਲ। ਉਹ 'ਚ ਸਾਫ਼ ਲਿਖਿਆ ਕਿ ਦੰਗਾ ਪੀੜਤਾਂ ਦੇ ਲਾਲ ਕਾਰਡ ਨਹੀਂ ਬਣਾਏ ਜਾਣੇ ਜੀ। ਮੈਂ ਹੈਰਾਨ ਹੈ ਇਸ ਗੱਲ ਦੇ ਉੱਤੇ। ਇੱਕ ਪਾਸੇ ਕਾਂਗਰਸ ਦੀ ਸਰਕਾਰ, ਤੁਸੀਂ ਨੀਤ ਦੇਖੋ ਇਹਨਾਂ ਦੀ, ਇੱਕ ਪਾਸੇ ਸੈਂਟਰ ਦੀ ਸਰਕਾਰ ਕਾਂਗਰਸ ਦੇ ਵਿੱਚ ਦੰਗਾ ਪੀੜਤਾਂ ਵਾਸਤੇ ਅਨਾਉਂਸਮੈਂਟ ਕਰ ਰਹੀ ਹੈ ਕਿ ਬੈਨੀਫਿਟ ਉਹਨਾਂ ਨੂੰ ਦਿੱਤਾ ਜਾਣਾ। ਦੂਜੇ ਪਾਸੇ ਕਾਂਗਰਸ ਦੀ ਸਰਕਾਰ ਪੰਜਾਬ 'ਚ ਵੀ ਆ ਔਰ ਉਹ ਇੰਨੀ ਉਹਦੀ ਮਾਨਸਿਕਤਾ ਮਤਲਬ ਗਿਰੀ ਹੋਈ ਆ ਔਰ ਉਹ ਕਹਿ ਰਿਹਾ ਕਿ ਕਾਰਡ ਨਹੀਂ ਬਣਾਏ ਜਾਣੇ। ਜਦ ਇਹ ਰੌਲਾ ਪਿਆ ਸੀ, ਅਖਬਾਰਾਂ ਦੀ ਖਬਰ ਦਿੱਤੀ, ਅੱਗੇ ਇਲੈਕਸ਼ਨ ਸੀਗੇ, ਤਾਂ ਕੁਲਦੀਪ ਭੱਠਲ ਨੇ ਸਾਥੋਂ ਇਹ ਗੱਲ ਤੇ ਕਿਹਾ ਯਾਰ ਤੁਸੀਂ ਐ ਨਾ ਕਰੋ, ਮੂਰੇ ਇਲੈਕਸ਼ਨ ਸਾਡਾ ਖਰਾਬ ਹੁੰਦਾ ਹੈਗਾ, ਮੈਂ ਤੁਹਾਡੀ ਮੁਲਾਕਾਤ ਕਰਾ ਦੇਣਾ। ਜਦ ਮੁਲਾਕਾਤ ਕੀਤੀ ਬੀਬੀ ਕਹਿੰਦੀ ਹਾਂ ਠੀਕ ਆ, ਜੇ ਅਸੀਂ ਦੁਬਾਰਾ ਜਿੱਤ ਗਏ ਤਾਂ ਬਣਾ ਦਿਆਂਗੇ। ਪਰ ਉਹ ਨਹੀਂ ਬਣੇ। ਉਸ ਤੋਂ ਬਾਅਦ ਇਹ ਠੀਕ ਹੈ ਕਿ ਅਕਾਲੀ ਸਰਕਾਰ ਨੇ ਜਿਹੜਾ ਹੈਗਾ ਉਹ 2007 ਦੇ ਵਿੱਚ ਫੇਰ ਲਾਲ ਕਾਰਡਾਂ ਦਾ ਐਲਾਨ ਕੀਤਾ, ਜਿਹਦੇ ਵਿੱਚ 1500 ਦੇ ਕਰੀਬ ਸਾਰੇ ਪੰਜਾਬ 'ਚੋਂ ਅਰਜ਼ੀਆਂ ਆਈਆਂ, ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਵੀ ਉਹ ਅਫਸਰਸ਼ਾਹੀ ਇੰਨੀ ਹਾਵੀ ਇਹਨਾਂ ਤੇ ਆ ਤੇ 15,000 ਅਰਜ਼ੀਆਂ ਆਈਆਂ। 15,000 ਚੋਂ ਸਾਰਾ 2500 ਦੇ ਕਾਰਡ ਦੁਆਰਾ ਮਤਲਬ ਬਣ ਸਕੇ, ਬਾਕੀ ਸਾਰੇ ਫੇਰ ਅਫਸਰਸ਼ਾਹੀ ਨੇ ਉਵੇਂ ਛੱਡ ਦਿੱਤੇ। ਉਹ ਅੱਜ ਮੁਆਵਜ਼ੇ ਤੋਂ ਬਿਨਾਂ ਵਾਂਝੇ ਨੇ। ਮੈਂ ਇਹ ਕਹਿਣਾ ਜਿੱਥੇ ਕਾਂਗਰਸ ਸਰਕਾਰ ਨੇ ਤਾਂ ਸਾਡੇ ਲਈ ਕੁਝ ਕਰਨਾ ਹੀ ਨਹੀਂ ਸੀਗਾ। ਇਹਦੇ ਵਿੱਚ ਤਾਂ ਨਾ ਉਹ ਤੋਂ ਉਮੀਦ ਕੀਤੀ ਜਾ ਸਕਦੀ, ਜਿਹੜੇ ਨੇ ਕੰਮ ਇਹ ਕਰਾਇਆ ਉਹ ਸਾਡੇ ਭਲੇ ਵਾਸਤੇ ਕਿਉਂ ਕੰਮ ਕਰੂਗੀ। ਦੂਜੀ ਗੱਲ, ਇੱਕ ਮਾਨਸਿਕਤਾ ਹੈਗੀ ਕਾਂਗਰਸ ਦੀ। ਕਾਂਗਰਸ ਅੱਤਵਾਦ ਪੀੜਤਾਂ ਨੂੰ ਆਪਦਾ ਵੋਟ ਬੈਂਕ ਮੰਨਦੇ ਨੇ ਜੀ। ਬਿਲਕੁਲ ਬਿਲਕੁਲ। ਕਿਉਂਕਿ ਅਕਾਲੀ ਦਲ ਜਿਹੜਾ ਹੈਗਾ, ਅਕਾਲੀ ਦਲ ਦੰਗਾ ਪੀੜਤਾਂ ਦੇ ਮਾਮਲੇ ਉਠਾਉਂਦਾ ਰਿਹਾ, ਇਸ ਕਰਕੇ ਉਹ ਸਮਝਦੇ ਨੇ ਕਿ ਜਿਹੜੇ 1984 ਦੇ ਕਤਲੇਆਮ ਪੀੜਤ ਹੈਗੇ ਆ ਇਹ ਅਕਾਲੀ ਦਲ ਦੀ ਵੋਟ ਬੈਂਕ ਆ। ਇਸ ਕਰਕੇ ਜਦ ਵੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਆ, ਸਾਨੂੰ ਜਿਹੜੀਆਂ ਪਾਲਿਸੀਆਂ ਸਾਡੇ ਵਾਸਤੇ ਬਣੀਆਂ ਹੁੰਦੀਆਂ ਉਹ ਵੀ ਫੇਲ ਹੋ ਜਾਂਦੀਆਂ। ਪਰ ਇੱਥੇ ਜ਼ਰੂਰ ਮੈਂ ਇਹ ਗੱਲ ਕਹੂੰਗਾ ਕਿ ਪੂਰੀ ਇਮਾਨਦਾਰੀ ਨਾਲ ਅਕਾਲੀ ਸਰਕਾਰ ਨੇ ਵੀ ਸਾਡੇ ਵਾਸਤੇ ਕੰਮ ਨਹੀਂ ਕੀਤਾ। ਕੁਝ ਕੰਮ ਚੰਗੇ ਕੀਤੇ ਨੇ,
2012 ਦੇ ਵਿੱਚ ਜਿਹੜੀਆਂ ਵਿਧਵਾਵਾਂ ਸੀਗੀਆਂ ਉਹਨਾਂ ਦੀ ਪੈਨਸ਼ਨ 2500 ਰੁਪਏ ਸੀਗੀ। ਅਸੀਂ ਬਾਰ-ਬਾਰ ਬਾਦਲ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਦੇਖੋ 2500 ਰੁਪਏ 'ਚ ਕੁਝ ਨਹੀਂ ਬਣਦਾ, ਇਹ ਵਿਧਵਾ ਔਰਤਾਂ ਹੈਗੀਆਂ ਵਿਚਾਰੀਆਂ ਤੇ ਇਹਨਾਂ ਨੂੰ ਮਤਲਬ ਪੈਨਸ਼ਨ ਇਹਦੀ ਵਧਾਈ ਜਾਣੀ ਚਾਹੀਦੀ ਆ। ਉਹਦੇ ਵਿੱਚ ਉਹ ਦੋਨੋਂ ਹੀ ਤਰ੍ਹਾਂ ਦੀਆਂ ਵਿਧਵਾਵਾਂ, ਅੱਤਵਾਦ ਪੀੜਤ ਵੀ ਤੇ ਦੰਗਾ ਪੀੜਤ ਵੀ। ਜੀ ਅਖੀਰ ਪਹਿਲਾਂ ਤਾਂ ਨਾ ਨੁਕਰ ਐਕਸਰਸਾਈਜ਼ ਨਹੀਂ ਕੀਤੀ, ਸਾਡੇ ਕੋਲ ਪੈਸਾ ਨਹੀਂ, ਖਜ਼ਾਨੇ ਤੇ ਬੋਝ ਪਏਗਾ, ਸਾਡਾ ਇਹ ਹੋਏਗਾ, ਸਾਡਾ ਉਹ ਹੋਏਗਾ। ਜਦ ਅਸੀਂ ਮਗਰ ਪੈ ਰਹੇ ਤਾਂ ਪੰਜਾਬ ਭਵਨ ਸਾਡੀ ਮੀਟਿੰਗ ਸੀ 2011 ਦੇ ਨਵੰਬਰ 'ਚ, ਤਾਂ ਉਹਦੇ ਵਿੱਚ ਇਹਨਾਂ ਨੇ ਸਾਡੀ ਉਹ ਸ਼ਰਤ ਮੰਨ ਲਈ ਕਿ ਵੀ ਹਾਂ ਉਹਨਾਂ ਨੂੰ 5000 ਰੁਪਇਆ ਸਿੱਧਾ 2500 ਤੋਂ 5000 ਰੁਪਇਆ ਕਰ ਦਿੱਤਾ। ਤੇ ਅਸੀਂ ਉੱਥੇ ਮੀਟਿੰਗ ਦੇ ਵਿੱਚ ਇਹ ਗੱਲ ਵੀ ਉਠਾਈ ਕਿ ਸਰ ਗੱਲ ਇਹ ਆ ਵੀ ਜਿਹੜੇ ਵਾਅਦੇ ਹੈਗੇ ਆ ਵਾਅਦੇ ਹੀ ਰਹਿ ਜਾਂਦੇ ਨੇ, ਮੂਹਰੇ 2012 'ਚ ਇਲੈਕਸ਼ਨ ਆ ਰਹੇ ਨੇ, ਇਹਦਾ ਇੱਕ ਫਿਕਸ ਡੇਟ ਵੀ ਕਰੋ ਵੀ ਕਿਹੜੀ ਡੇਟ ਤੋਂ ਲਾਗੂ ਹੋਣੇ। ਤਾਂ ਉਹਨਾਂ ਨੇ ਨਾਲ ਇਹ ਲਿਖ ਦਿੱਤਾ ਕਿ ਜਨਵਰੀ 2012 ਤੋਂ ਇਹ ਲਾਗੂ ਹੋਣਗੇ। ਤਾਂ ਜਨਵਰੀ 2012 ਤੋਂ ਇਹ ਲਾਗੂ ਹੋਏ। ਲਾਲ ਕਾਰਡ ਬਣਾਉਣ ਦਾ ਚੰਗਾ ਕੰਮ ਕੀਤਾ, ਉਹ ਵੀ ਅਕਾਲੀ ਸਰਕਾਰ ਨੇ ਕੀਤਾ, ਪਰ ਅਕਾਲੀ ਸਰਕਾਰ ਨੇ ਵੀ ਕਦੇ ਇਮਾਨਦਾਰੀ ਨਾਲ ਜਿਹੜੀਆਂ ਪਾਲਿਸੀਆਂ ਬਣਾਈਆਂ ਸੀ ਉਹਦੇ ਇੰਪਲੀਮੈਂਟ ਹੋਣ ਦਾ ਰਿਜ਼ਲਟ ਨਹੀਂ ਦੇਖਿਆ ਵੀ ਉਹ ਅਫਸਰਸ਼ਾਹੀ ਉਹਨਾਂ ਨੂੰ ਕਰ ਵੀ ਰਹੀ ਹੈ ਜਾਂ ਨਹੀਂ ਕਰ ਰਹੀ। ਇਹ ਤਾਂ ਚਲੋ ਗੱਲ, ਇਹ ਬੜਾ ਦੁੱਖ ਆ ਸਾਨੂੰ ਇਸ ਗੱਲ ਦਾ। ਇਹ ਤਾਂ ਸਰਕਾਰਾਂ ਦੀ ਗੱਲ ਆ ਜੀ। ਸਰਕਾਰਾਂ ਨੇ ਦੇਖੋ ਕਿੱਡਾ ਵੱਡਾ ਮਤਲਬ ਆਪਾਂ ਕਹਿੰਦੇ ਵੀ ਸਰਕਾਰਾਂ ਦੇ ਕਾਰਨ ਹੀ ਇਹ ਸਾਰਾ ਕੁਝ ਵਾਪਰਿਆ। ਕਾਂਗਰਸ ਸਰਕਾਰ ਦੀ ਗੱਲ ਕਰਦੇ ਹਾਂ ਜਿਹੜੀ ਇਹਦੇ ਪਿੱਛੇ ਹੀ ਕਾਂਗਰਸ ਜੇ ਮਤਲਬ ਸਰਕਾਰ ਚਾਹੁੰਦੀ ਤਾਂ ਇਹ ਹੁੰਦਾ ਹੀ ਨਹੀਂ, ਇਹ ਕੁਝ ਨਹੀਂ ਹੁੰਦਾ ਨਹੀਂ ਸੀ। ਹਾਂਜੀ, ਤੇ ਜੇ ਮਤਲਬ ਸਰਕਾਰਾਂ ਨੇ ਤਾਂ ਇਨਸਾਫ ਜਿਹੜਾ ਕੀ ਦੇਣਾ ਸੀਗਾ, ਅੱਜ ਤੱਕ ਉਹ ਕੇਸ ਆ ਜਿਹੜੇ ਲੰਕਦੇ ਫਿਰਦੇ ਆ। ਕਿੰਨੀਆਂ ਸਰਕਾਰਾਂ ਬਦਲ ਗਈਆਂ, ਉਦੋਂ ਬਾਅਦ ਕੱਲੀ ਕਾਂਗਰਸ ਨਹੀਂ ਹੈਗੀ, ਸਮਾਜਵਾਦੀ ਵੀ ਆ ਗਏ, ਉਦੋਂ ਬਾਅਦ ਕਿੰਨੇ ਸਾਡੇ ਕੋਲੇ ਮਤਲਬ ਪ੍ਰਧਾਨ ਮੰਤਰੀ ਆ ਗਏ, ਚੰਦਰ ਸ਼ੇਖਰ ਆ ਗਿਆ, VP ਸਿੰਘ ਆ ਗਿਆ, ਕਿੰਨੇ ਉਦੋਂ ਬਾਅਦ ਮਤਲਬ ਕਿੰਨੇ ਆ ਗਏ। ਇੰਦਰ ਕੁਮਾਰ ਗੁਜਰਾਲ ਆਇਆ ਜਿਹੜਾ ਕਿ ਪੰਜਾਬ ਦਾ ਹੀ ਸੀਗਾ, ਡਾਕਟਰ ਮਨਮੋਹਨ ਸਿੰਘ ਆ ਜਿਹੜਾ ਪੰਜਾਬ ਦਾ ਹੀ ਸੀਗਾ, ਪਰ ਉਹ ਇਨਸਾਫ ਉੱਥੇ ਦਾ ਉੱਥੇ ਤੁਰਿਆ ਫਿਰਦਾ ਹੈਗਾ। ਸੋ ਇਹ ਇੱਕ ਵੱਖਰੀ ਗੱਲ ਹੈ। ਪਰ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੇ ਬਾਂਹ ਫੜੀ। ਸੰਧੂ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ। ਅਸੀਂ ਜਦੋਂ ਮੱਕੜ ਸਾਹਿਬ ਪ੍ਰਧਾਨ ਸੀਗੇ ਉਦੋਂ ਸਾਰੀਆਂ ਪੰਜਾਬ ਦੇ ਵਿੱਚ ਜਿੰਨੀਆਂ ਸਾਡੀਆਂ ਕਮੇਟੀਆਂ, ਮੈਂ ਜ਼ਿਲ੍ਹਾ ਪੰਜਾਬ ਦੀ ਕਮੇਟੀਆਂ ਦਾ ਵੀ ਮੈਂਬਰ ਹੈਗਾ, ਜਿਹੜੀ ਸਾਡੀ ਵੱਡੀ ਕਮੇਟੀ ਬਣੀ ਹੋਈ ਹੈ ਉਹਦਾ ਵੀ ਮੈਂਬਰ ਹੈਗਾ ਜੀ। ਤਾਂ ਅਸੀਂ ਉਸ ਟਾਈਮ ਇਹਨਾਂ ਮੂਰੇ ਕਮੇਟੀ ਮੂਰੇ ਮੰਗ ਇਹ ਰੱਖੀ ਸੀ ਵੀ ਦੇਖੋ ਸਰਕਾਰਾਂ ਤਾਂ ਜਿਹੜਾ ਕੁਝ ਕਰ ਰਹੀਆਂ ਉਹ ਨਾ ਵੀ ਕਰਨ ਜੀ। ਜਿਹੜੀ ਸ਼੍ਰੋਮਣੀ ਕਮੇਟੀ ਆ ਇਹ ਸਿੱਖਾਂ ਦੇ ਇਸ ਕਾਰਜ ਤੋਂ ਪਾਸਾ ਨਹੀਂ ਵੱਟ ਸਕਦੀ। ਇਹਨੂੰ ਚਾਹੀਦਾ ਹੈਗਾ ਕਿ ਕੁਛ ਨਾ ਕੁਛ ਉਪਰਾਲੇ ਕਰੇ। ਅਸੀਂ 3 ਚੀਜ਼ਾਂ ਉਹਨਾਂ ਦੇ ਸਾਹਮਣੇ ਰੱਖੀਆਂ ਕਿ ਦੇਖੋ ਲੋਕ ਦੰਗਾ ਪੀੜਤ ਜਿਹੜੇ ਬੱਚੇ ਨੇ ਸਾਡੇ ਅੱਜ ਬੇਰੁਜ਼ਗਾਰ ਨੇ ਜੀ। ਦੂਜਾ ਉਹਨਾਂ ਕੋਲ ਨੌਕਰੀਆਂ ਨਹੀਂ ਹੈਗੀਆਂ। ਤੀਜੀ ਸਿੱਖਿਆ ਪ੍ਰਤੀ ਵੀ ਉਹ ਮਤਲਬ ਮਗਰ ਨੇ ਸਾਡੇ ਕੋਲੋਂ। ਕਾਰਨ ਇਹ ਸੀਗਾ ਕਿ ਦੰਗਿਆਂ ਵੇਲੇ ਜਿਹੜਾ ਬੱਚਾ ਪੈਦਾ ਹੋਇਆ ਉਹ ਜਦੋਂ ਅਸੀਂ ਇੱਥੇ ਆ ਗਏ ਘਾਟਾਂ ਕਰਕੇ ਨਾ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾ ਸਕੇ, ਨਾ ਕੋਈ ਚੰਗੀ ਸਿੱਖਿਆ ਦਵਾ ਸਕੇ ਜੀ। ਅਸੀਂ ਇਹ ਚਾਹੁੰਦੇ ਕਿ ਸਾਡੇ ਪੋਤੇ ਪੋਤੀਆਂ ਜਿਹੜੇ ਹੈਗੇ ਆ ਘੱਟੋ ਘੱਟ ਉਹਨਾਂ ਨੂੰ ਵੀ ਕਿਸੇ ਕਾਬਲ ਬਣਾ ਲਿਆ ਜਾਵੇ ਜਾਂ ਮੰਨ ਲਿਆ ਜਾਵੇ। ਤਾਂ ਅਸੀਂ ਉਹਨਾਂ ਨੂੰ ਇਹ ਲਿਖ ਕੇ ਦਿੱਤਾ ਕਿ ਜਿੰਨੇ ਵੀ ਤੁਹਾਡੇ ਸਕੂਲ ਕਾਲਜ ਹੈਗੇ ਨੇ ਜੀ, ਉਹਨਾਂ ਵਿੱਚ ਜਿੰਨੇ ਵੀ ਦੰਗਾ ਪੀੜਤ ਬੱਚੇ ਜਿਹਨੂੰ ਕਾਰਡ ਇਸ਼ੂ ਹੈ, ਚਾਹੇ ਉਹਦਾ ਪੋਤਾ ਹੈਗਾ ਚਾਹੇ ਕੋਈ ਵੀ ਹੈਗਾ ਜੀ, ਤਾਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ। ਤੁਹਾਡੇ ਜਿਹੜੇ ਨਾਲ ਸੰਬੰਧ ਜਿਹੜੇ ਸ਼੍ਰੋਮਣੀ ਕਮੇਟੀ ਨਾਲ ਸੰਬੰਧ ਸਕੂਲ ਕਾਲਜ ਨੇ ਉਹਨਾਂ ਦੇ ਵਿੱਚ ਜੀ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਦੇਖੋ ਤੁਸੀਂ 3 ਜਗ੍ਹਾ ਮੁਲਾਜ਼ਮ ਭਰਤੀ ਕਰਦੇ ਹੋ ਗੁਰਦੁਆਰਿਆਂ ਦੇ ਵਿੱਚ, ਉਦੋਂ ਇਲਾਵਾ ਤੁਹਾਡੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਹੈਗੀਆਂ ਉਹਨਾਂ ਨੂੰ ਸਾਂਭ ਸੰਭਾਈ ਦੇ ਵਿੱਚ ਜੀ, ਤੇ ਸਿੱਖਿਆ ਅਦਾਰਿਆਂ ਦੇ ਵਿੱਚ ਜੀ। ਤਾਂ ਉਹਨਾਂ ਦੇ ਵਿੱਚ ਤੁਸੀਂ ਜਿਹੜੇ ਬੱਚੇ ਹੈਗੇ ਬੱਚਿਆਂ ਨੂੰ ਐਡਜਸਟ ਕਰੋ, ਇਹਨਾਂ ਨੂੰ ਨੌਕਰੀਆਂ ਦਿਓ ਤੁਸੀਂ ਇਹਦੇ ਵਿੱਚ। ਤੇ ਇਸ ਤਰ੍ਹਾਂ ਦੀ ਅਸੀਂ ਵਿਧਵਾਵਾਂ ਬਾਰੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਫੈਸਲਾ ਵੀ ਲਵੇ। ਜਿਹੜੀਆਂ ਵਿਧਵਾਵਾਂ ਹੈਗੀਆਂ ਜਾਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਕਾਗਜ਼ਾਂ ਦੀ ਘਾਟ ਕਾਰਨ ਜਿਹੜੇ ਮਤਲਬ ਨਹੀਂ ਮੰਨੀਆਂ ਗਈਆਂ, ਤਾਂ ਉਹਨਾਂ ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾਵੇ। ਇਹ 3 ਮੰਗਾਂ ਦਾ ਅਸੀਂ ਮੈਮੋਰੈਂਡਮ ਪੂਰਾ ਜਿਹੜਾ ਮੱਕੜ ਨੂੰ ਦਿੱਤਾ। ਮੈਨੂੰ ਯਾਦ ਆ ਸਾਡਾ ਨਵੰਬਰ 2012 ਦੇ ਵਿੱਚ ਇੱਥੇ ਪ੍ਰੋਗਰਾਮ ਸੀਗਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਨੰਗਾ ਪੀੜਤਾਂ ਦੇ ਯਾਦ ਦੇ ਵਿੱਚ ਅਸੀਂ ਰੱਖਿਆ ਸੀਗਾ। ਉਦੋਂ 1 ਦਿਨ ਪਹਿਲਾਂ ਕਿਤੇ ਮੱਕੜ ਸਾਡੀ ਇਹ ਮੰਗ ਦੇਣ ਤੋਂ ਬਾਅਦ ਮੱਕੜ ਰਾਜਪੁਰੇ ਗਿਆ ਹੋਇਆ ਸੀਗਾ ਜੀ। ਤਾਂ ਰਾਜਪੁਰੇ ਉਹਨੇ ਬਿਆਨ ਦਿੱਤਾ ਕਿ ਦੰਗਾ ਪੀੜਤਾਂ ਨੂੰ ਦੇਣ ਵਾਸਤੇ ਸਾਡੇ ਕੋਲ ਕੱਖ ਨਹੀਂ ਹੈਗਾ ਜੀ। ਇਹ ਬਿਆਨ ਮੱਕੜ ਨੇ ਦਿੱਤਾ। ਜਦੋਂ ਇਹ ਬਿਆਨ ਦਿੱਤਾ ਦੂਜੇ ਦਿਨ ਰੌਲਾ ਪੈ ਗਿਆ ਸਾਰੀ ਜਗ੍ਹਾ, ਮਤਲਬ ਇੰਨੀ ਮਿੱਟੀ ਪਲੀਤ ਉਹਦੀ ਮੱਕੜ ਦੀ ਹੋਈ ਹੱਦ ਤੋਂ ਵੱਧ ਕਿ ਸਿੱਖਾਂ ਦੀ ਧਾਰਮਿਕ ਸੰਸਥਾ ਹੈਗੀ ਆ, ਸਿੱਖਾਂ ਵਾਸਤੇ ਰੌਲਾ ਤਾਂ ਬੜਾ ਪਾ ਰਹੇ ਆ ਕਿ ਸਿੱਖਾਂ ਨੂੰ ਇਹ ਮਿਲਣਾ ਚਾਹੀਦਾ ਉਹ ਮਿਲਣਾ ਚਾਹੀਦਾ। ਜਦ ਖੋਦ ਦੇਣ ਦੀ ਵਾਰੀ ਆਉਂਦੀ ਆ ਤੇ ਕਹਿੰਦੇ ਸਾਡੇ ਕੋਲ ਕੱਖ ਨਹੀਂ ਹੈਗਾ ਜੀ। ਜਦੋਂ ਇਹ ਰੌਲਾ ਪਿਆ ਤਾਂ ਅਖੀਰ ਹੀ ਉਹਨੇ ਕੀ ਕੀਤਾ, ਇੱਕ ਐਲਾਨ ਕੀਤਾ ਕਿ ਮੈਟ੍ਰਿਕ ਤੋਂ ਬਾਅਦ ਦੀਆਂ ਜਿਹੜੀਆਂ ਪੜ੍ਹਾਈਆਂ ਹੈਗੀਆਂ ਉਹਦੇ 'ਚ ਦੰਗਾ ਪੀੜਤ ਬੱਚਿਆਂ ਦਾ ਖਰਚਾ ਜਿਹੜਾ ਸ਼੍ਰੋਮਣੀ ਕਮੇਟੀ ਦੇਊਗੀ। ਜਾਣੀ ਕਹਿਣ ਦਾ ਜਿਹੜੀ ਸਿਖਲਾਈ ਉਹਨਾਂ ਨੇ ਕਰਨੀ ਆ ਉਹਦੇ ਵਿੱਚ ਉਹ ਕਮੇਟੀ ਦੇਊਗੀ ਜੀ। ਜਿਹੜਾ ਉਹ ਬਾਕੀ ਨੌਕਰੀਆਂ ਵਾਲੀ ਗੱਲ ਗੋਲ ਕਰ ਗਏ, ਵਿਧਵਾਵਾਂ ਨੂੰ ਪੈਨਸ਼ਨ ਵਾਲੀ ਗੱਲ ਗੋਲ ਕਰ ਗਏ, ਸਿਰਫ ਇੱਕ ਉਹ ਗੱਲ ਮੰਨੀ। ਜਿਹੜੀ ਉਹ ਇੱਕੋ ਗੱਲ ਮੰਨੀ ਉਹ ਵੀ ਸਿਰੇ ਨਾ ਚੜੀ। ਸਿਰੇ ਕਿਉਂ ਨਾ ਚੜੀ? ਉਹਨਾਂ ਨੇ ਇਹ ਆਪਦੇ ਹੱਥੇ ਅੰਮ੍ਰਿਤਸਰ ਵਾਲਿਆਂ ਦੇ ਹੱਥ ਰੱਖ ਲਿਆ ਕਿ ਅੰਮ੍ਰਿਤਸਰ ਪਹਿਲਾਂ ਅਰਜੀ ਭੇਜਣੀ ਪਊਗੀ। ਅੰਮ੍ਰਿਤਸਰ ਅਰਜੀ ਭੇਜਣ ਤੋਂ ਬਾਅਦ ਉਹਦਾ ਸੈਕਟਰੀ ਦੇਖੂਗਾ ਕਿ ਇਹ ਬੰਦਾ ਕਾਬਲ ਹੈਗਾ ਜਾਂ ਨਹੀਂ ਹੈਗਾ। ਤਾਂ ਉਹਦੇ ਵਿੱਚ ਇੱਕ ਭਾਈ ਭਤੀਜਾਵਾਦ ਹੋਣ ਦੀ ਬਹੁਤ ਵੱਡੀ ਸੰਭਾਵਨਾ ਸੀ, ਜਿਹੜਾ ਹੋਇਆ ਵੀ
ਗੱਡੇ ਨਾਲ ਉਹ ਇਹ ਹੋਇਆ ਕਿ ਵੀ ਇਹਨਾਂ ਦੀ ਮਰਜ਼ੀ ਹੋਣਗੀ, ਜਿਹਨੂੰ ਮਰਜ਼ੀ ਤਾਂ ਇਹ ਮਦਦ ਦੇ ਦੇਣਗੇ, ਜਿਹਨੂੰ ਮਰਜ਼ੀ ਨਹੀਂ ਦੇਣਗੇ। ਤਾਂ ਅਸੀਂ ਡਿਮਾਂਡ ਦੁਬਾਰਾ ਰੱਖੀ ਉਹਦੇ ਕੋਲ ਕਿ ਇਹ ਤੁਹਾਡਾ ਕੰਮ ਗਲਤ ਹੈਗਾ। ਗਲਤ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਿਆਂ 'ਚ ਤੁਹਾਡੇ ਹੈਗੇ ਨੇ, ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਰਾਹੀਂ ਮੈਂਬਰਾਂ ਤੋਂ ਰਿਕਮੈਂਡ ਕਰਕੇ ਅਰਜ਼ੀ ਲਓ ਸਾਡੀ। ਜੀ ਬਿਲਕੁਲ, ਹਾਂ ਜੀ। ਉਹ ਮੈਂਬਰ ਹਰੇਕ ਬੰਦੇ ਬਾਰੇ ਜਾਣਦਾ ਵੀ ਇਹ ਦੰਗਾ ਪੀੜਤ ਹੈਗਾ ਜਾਂ ਨਹੀਂ ਹੈਗਾ, ਜਾਂ ਉਹ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਜੀ। ਤਾਂ ਤੁਸੀਂ ਉਹਨਾਂ ਰਾਹੀਂ ਅਰਜ਼ੀ ਲਓ। ਸਾਡੀ ਉਹ ਗੱਲ ਨਹੀਂ ਮੰਨੀ ਗਈ। ਰਿਜ਼ਲਟ ਇਹ ਨਿਕਲਿਆ, ਪੈਸਾ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਹਨੂੰ ਦਿੱਤਾ, ਕਿੰਨਾ ਦਿੱਤਾ ਕਹਿੰਦੇ ਆ ਇਹ ਕਰੋੜਾਂ ਰੁਪਇਆ, ਲੱਖਾਂ ਰੁਪਇਆ ਦੱਸਦੇ ਆ ਕਿ ਅਸੀਂ ਸਿੱਖਿਆ ਵਾਸਤੇ ਖਰਚਿਆ ਹੈਗਾ। ਕਿਹਨੂੰ ਖਰਚਿਆ ਉਹ ਰੱਬ ਹੀ ਜਾਣਦਾ ਹੈਗਾ। ਪਰ ਸਹੀ ਗੱਲ ਇਹ ਹੈਗੀ ਆ, ਗਰਾਊਂਡ ਦੇ ਉੱਤੇ ਆਮ ਦੰਗਾ ਪੀੜਤਾਂ ਨੂੰ ਕੋਈ ਫਾਇਦਾ ਇਹਦਾ ਨਹੀਂ ਹੋਇਆ ਜਿਹੜਾ ਇਹਨਾਂ ਨੇ ਕੰਮ ਕੀਤਾ। ਜੀ ਜੀ, ਇਹ ਤਾਂ ਚੱਲਿਆ ਜੀ। ਇਹਦੇ ਨਾਲ ਨਾਲ ਇੱਕ ਹੋਰ ਵੱਡੀਆਂ ਸਿੱਖਾਂ ਦੀਆਂ ਕੁਝ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇਗੀਆਂ ਜਿਹੜੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਆ, ਜਾਂ ਉਹਨਾਂ ਲੋਕਾਂ ਦੀ ਬੜੀ ਮਦਦ ਕਰਦੀਆਂ ਨੇ ਜੋ ਇਸ ਤਰ੍ਹਾਂ ਕਦੇ ਨਾ ਕਦੇ ਅਜਾੜੇ ਦਾ ਸ਼ਿਕਾਰ ਹੋ ਜਾਂਦੇ ਆ, ਕੋਈ ਜੰਗਾਂ ਯੁੱਧਾਂ ਦਾ ਸ਼ਿਕਾਰ ਹੋ ਜਾਂਦੇ ਹੈਗੇ। ਉਹ ਵੱਡੇ ਮਤਲਬ ਜਿਵੇਂ ਸਿੱਖ ਰਿਲੀਫ ਹੈਗੀ ਜਾਂ ਹੋਰ ਨੇਗੀਆਂ, ਖਾਲਸਾ ਏਡ ਹੈਗੀ, ਹੋਰ ਬਹੁਤ ਸਾਰੀਆਂ ਸਿੱਖ ਏਡ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਚੱਲ ਰਹੀਆਂ ਨੇਗੀਆਂ। ਉਹਨਾਂ ਸੰਸਥਾਵਾਂ ਨੇ ਵੀ ਕੋਈ ਬਾਂਹ ਫੜੀ ਮਤਲਬ ਆਪਣੇ ਬੰਦਿਆਂ ਦੀ ਜਾਂ ਨਹੀਂ? ਸੰਧੂ ਸਾਹਿਬ ਗੱਲ ਇਹ ਆ, ਸਾਨੂੰ ਜਿੱਥੋਂ ਤੱਕ ਪਤਾ ਲੱਗਿਆ ਬੈਕਗਰਾਉਂਡ ਜੀ, ਤੇ ਕੁਝ ਲੋਕ ਜਿਹੜੇ ਸੀਗੇ ਜੀ, ਉਹਨਾਂ ਨੇ ਦੰਗਾ ਪੀੜਤਾਂ ਨੂੰ ਵੀ ਉਹਨਾਂ ਕੋਲ ਵੇਚ ਦਿੱਤਾ ਜੀ। ਉਹ ਬਾਹਰ ਜਾਂਦੇ ਕਿਉਂਕਿ ਉਹਨਾਂ ਕੋਲ ਬਾਹਰ ਜਾਣ ਦੇ ਸਾਧਨ ਸੀ। ਆਮ ਦੰਗਾ ਪੀੜਤ ਕੋਲ ਬੰਦੇ ਕੋਲ ਨਹੀਂ ਸੀਗਾ ਬਾਹਰ ਜਾਣ ਦਾ। ਉਹ ਜਾਂਦੇ ਦੰਗਾ ਪੀੜਤਾਂ ਦੇ ਨਾਂ ਤੋਂ ਉੱਥੋਂ ਪੈਸਾ ਇਕੱਠੇ ਕਰਦੇ, ਕਿਹਨੂੰ ਦਿੰਦੇ ਕਿਹਨੂੰ ਨਹੀਂ ਦਿੰਦੇ ਉਹ ਰੱਬ ਜਾਣਦਾ ਹੈਗਾ। ਇਹ ਕੁਝ ਹੋਇਆ। ਪਹਿਲਾਂ 1 ਜਾਂ 2 ਲਿਆਏ, ਫਿਰ ਜੋ 1 ਜਾਂ 2 ਤੋਂ ਬਾਅਦ ਫਿਰ ਮਤਲਬ ਜਿਹੜੇ ਆ ਵੱਡੇ ਲੈਵਲ ਦੇ ਹਾਈ ਲੈਵਲ ਦੇ ਬੰਦੇ ਸੀ, ਉਹ ਮਤਲਬ ਕੋਈ ਛੋਟੇ ਮੋਟੇ ਬੰਦੇ ਨਹੀਂ ਸੀਗੇ, ਤੇ ਗਏ ਉੱਥੇ ਗੁਰਦੁਆਰੇ 'ਚ ਭਾਸ਼ਣ ਦਿੱਤੇ। ਇਹ ਪਹਿਲਾਂ ਇੱਕ ਲਿਆ, ਫਿਰ ਦੂਜੇ ਨੂੰ ਦੇਖ ਲਏ, ਦੂਜੇ ਨੂੰ ਲਿਆ। ਅਖੀਰੀ ਰਿਜ਼ਲਟ ਉਹਦਾ ਵੀ ਇੰਨਾ ਮਾੜਾ ਨਿਕਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਲੈ ਜਾਂਦੇ ਨੇ ਦੰਗਾ ਪੀੜਤਾਂ ਤੱਕ ਪੈਸਾ ਪਹੁੰਚਦਾ ਨਹੀਂ ਹੈਗਾ, ਤਾਂ ਉਹਨਾਂ ਨੇ ਉਹ ਦੇਣੇ ਬੰਦ ਕਰ ਦਿੱਤੇ। ਜੀ ਜੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਜਿੱਥੇ ਮਤਲਬ ਜਿਹੜੀ ਤੁਸੀਂ ਬਹੁਤ ਵੱਡੀ ਇੱਕ ਗੱਲ ਕੀਤੀ ਆ, ਉਹ ਸ਼ਾਇਦ ਅਜੇ ਤੱਕ ਕਿਸੇ ਦੇ ਸਮਝ ਹੀ ਨਹੀਂ ਆਈ ਹੈਗੀ। ਕਿਉਂਕਿ ਇੱਕ ਤਾਂ ਉਹ ਪੀੜ੍ਹੀ ਜਿਹੜੀ ਸਿੱਧੀ ਉਸ ਸਮੇਂ ਅਫੈਕਟਡ ਹੋਈ, ਜਿਹੜੀ ਸਿੱਧੀ ਅਸਰ ਜਿਹੜੀ ਉਸ ਪੀੜ੍ਹੀ ਦੇ ਉੱਪਰ ਹੋਇਆ, ਜਾਂ ਉਹ ਮਾਰ ਦਿੱਤੇ ਗਏ ਜਾਂ ਉਹਨਾਂ ਦੇ ਕਾਰੋਬਾਰ ਖੋਹ ਲਏ ਗਏ। ਇੱਕ ਉਦੋਂ ਅਗਲੀ ਪੀੜ੍ਹੀ, ਕਿਉਂਕਿ ਉਹਨੂੰ ਫਿਰ ਉਹ ਕੋਈ ਨਾ ਤਾਲੀਮ ਦੇ ਸਕੀ, ਜੇ ਬਚ ਗਏ ਜਿਹੜੇ ਉਹ ਆਪਣੇ ਬੱਚਿਆਂ ਨੂੰ ਨਾ ਪੜ੍ਹਾ ਸਕੇ, ਨਾ ਉਹਨਾਂ ਦਾ ਪਾਲਣ ਪੋਸ਼ਣ ਕਰ ਸਕੇ, ਕਿਉਂਕਿ ਨਾ ਕੋਈ ਕਾਰੋਬਾਰ, ਜਿਨ੍ਹਾਂ ਦੇ ਕਾਰੋਬਾਰ ਹੀ ਖਤਮ ਹੋ ਗਏ ਤਾਂ ਆਪਣੇ ਮਤਲਬ ਦੁਬਾਰੇ ਰੋਟੀ ਦੇ ਲਾਲੇ ਪੈ ਗਏ, ਬੱਚਿਆਂ ਨੂੰ ਕਿਹੜੀ ਸਿੱਖਿਆ ਦਿੱਤੀ ਜਾਣੀ ਸੀਗੀ। ਸੋ ਇੱਕ ਪੀੜ੍ਹੀ ਉਹ ਚਲੀ ਗਈ। ਹੁਣ ਤੀਸਰੀ ਪੀੜ੍ਹੀ 'ਤੇ ਆ ਕੇ ਗੱਲ ਤੁਸੀਂ ਮੁਕਾਉਂਦੇ ਹੋ ਵੀ ਪੋਤਿਆਂ 'ਤੇ ਆ ਚੱਲੀ ਆ ਗੱਲ, ਅਤੇ ਇਹ ਇਸ ਤਰ੍ਹਾਂ ਮਤਲਬ 3 ਪੀੜ੍ਹੀਆਂ ਦਾ ਜਿਹੜਾ ਇਹ ਇੱਕ ਤਰ੍ਹਾਂ ਨਾਲ ਤੁਸੀਂ ਤਾਂ ਦੇਖ ਲਿਆ ਆਪਦੇ ਅੱਖੀਂ ਬਰਬਾਦੀ ਹੋਈ। ਹਾਂ, 3 ਪੀੜ੍ਹੀਆਂ ਦੀ ਬਰਬਾਦੀ ਹੋਈ ਹੈਗੀ। ਅਤੇ ਇਹਦੇ ਬਾਰੇ ਤੁਸੀਂ ਅੱਜ ਵੀ ਜਿਹੜੀ ਤੀਜੀ ਪੀੜ੍ਹੀ ਹਜੇ ਉਸ ਤਰ੍ਹਾਂ ਮਤਲਬ ਉਸ ਮਾਰ ਦੇ ਹੇਠ ਹੈਗੀ, ਉਹਦੇ ਬਾਰੇ ਕੀ ਅਪੀਲ ਕਰਨੀ ਚਾਹੋਗੇ? ਸਿੱਖ ਕੌਮ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਮਾਧਿਅਮ ਤੋਂ ਜੀ? ਸੰਧੂ ਸਾਹਿਬ, ਮੈਂ ਇਹਦੇ ਨਾਲ ਅਪੀਲ ਵੀ ਕਰਾਂਗਾ। ਮੈਂ ਗੱਲ ਵੀ ਤੁਹਾਨੂੰ ਇਹ ਦੱਸਣੀ ਚਾਹੁੰਦਾ ਹੈਗਾ ਕਿ ਸਾਡੀ ਨਿਗਾਹ ਸੀ ਕਿ ਅਸੀਂ ਜਿਹੜੀ ਖੁਦ ਬੰਦੇ ਉਸ ਟਾਈਮ ਓਵਰੇਜ ਸੀਗੇ ਜਾਂ ਮੁਖੀ ਸੀ ਘਰ ਦੇ, ਉਹ ਤਾਂ ਬਰਬਾਦ ਹੋ ਹੀ ਗਏ। ਉਹਦਾ ਕਾਰਨ ਸੀਗਾ ਕਿ ਜਿਸ ਟਾਈਮ ਇਹ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਤੇ ਸਾਨੂੰ ਗੁੱਜੜ ਕੇ ਪੰਜਾਬ ਆਉਣਾ ਪਿਆ। ਅੱਗੇ ਪੰਜਾਬ ਦੇ ਹਾਲਾਤ ਵੀ ਕੋਈ ਬਹੁਤੇ ਸੁਖਾਲੇ ਨਹੀਂ ਸੀਗੇ। ਅੱਤਵਾਦ ਕਰਕੇ ਲੰਮੇ ਟਾਈਮ ਤੋਂ ਮਤਲਬ ਪੰਜਾਬ ਦੇ ਵਿੱਚ ਇੰਡਸਟਰੀ ਜਾਂ ਹੋਰ ਕੰਮ ਧੰਦੇ ਬਿਲਕੁਲ ਖਤਮ ਹੋ ਚੁੱਕੇ ਸੀਗੇ। ਇਸ ਕਰਕੇ ਸਾਨੂੰ ਆਉਣ ਸਾਰ ਵੀ ਇੱਥੇ ਕੰਮ ਨਹੀਂ ਮਿਲੇ। ਇਹ ਵੀ ਗੱਲ ਉਸ ਤੋਂ ਬਾਅਦ ਜਿਹੜੇ ਬੱਚੇ ਸਾਡੇ ਇਹਦੇ 'ਚ ਮੈਂ ਕਈ ਵੀ ਗੱਲ ਉਹਨਾਂ ਐਡ ਕਰਨੀ ਪਊ, ਕਿਉਂਕਿ ਜਿਹੜੇ ਦਿੱਲੀੋਂ ਉੱਜੜ ਕੇ ਆਏ ਉਹ ਤਕਰੀਬਨ ਸਾਰੇ ਮਕੈਨੀਕਲ ਲਾਈਨ ਦੇ ਬੰਦੇ ਨੇ ਜ਼ਿਆਦਾਤਰ। ਉਹ ਸਾਰੇ ਮਕੈਨੀਕਲ ਲਾਈਨ ਦੇ ਬੰਦੇ ਸੀ, ਉਹ ਜ਼ਿਆਦਾ ਇੰਡਸਟਰੀ ਨਾਲ ਸੰਬੰਧ ਸੀ। ਮੈਂ ਖੁਦ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਬਰਨਾਲੇ ਨੂੰ ਕਿਉਂ ਚੁਣਿਆ ਕਿ ਮੈਂ ਬਰਨਾਲੇ ਜਾਵਾਂਗਾ। ਬਰਨਾਲੇ ਮੈਨੂੰ ਇਹ ਸੀਗਾ, ਮੈਨੂੰ ਨਹੀਂ ਪਤਾ ਕਿ ਮੇਰਾ ਕੰਮ ਇੱਥੇ ਚੱਲੇਗਾ ਨਹੀਂ ਚੱਲੇਗਾ ਜੀ, ਇਹ ਸੈਟੀਸਫਾਈ ਨਹੀਂ ਸੀਗਾ ਮੈਂ। ਪਰ ਮੈਂ ਇਹ ਸੋਚਦਾ ਸੀ ਕਿ ਜੇ ਮੈਂ ਬਰਨਾਲੇ ਚਲੇ ਜਾਣਾ, ਮੇਰਾ ਪਿੰਡ ਨੇੜੇ ਆ, ਭਰਾ ਹੈਗੇ, ਮਾਂ ਪਿਓ ਹੈਗੇ, ਜੇ ਮੇਰਾ ਕੰਮ ਨਹੀਂ ਚੱਲੇਗਾ ਤਾਂ ਮੈਨੂੰ ਘੱਟੋ ਘੱਟ ਘਰੋਂ ਮਦਦ ਮਿਲ ਜਾਏਗੀ, ਖਾਣ ਜੋਗੇ ਦਾਣੇ ਆ ਜਾਣਗੇ। ਇਹ ਚੀਜ਼ ਨੂੰ ਦੇਖ ਕੇ ਮੈਂ ਇੱਥੇ ਆਇਆ ਸੀਗਾ। ਪਰ ਬਹੁਤ ਸਾਰੇ ਬੰਦੇ ਹੋਰ ਵੀ ਆਏ, ਜਦੋਂ ਉਹਨਾਂ ਦੇ ਕੰਮ ਨਹੀਂ ਚੱਲੇ, ਕੋਈ ਬਠਿੰਡੇ ਚਲੇ ਗਿਆ, ਕੋਈ ਲੁਧਿਆਣੇ ਚਲੇ ਗਿਆ, ਧੱਕੇ ਖਾਦੇ ਉਹਨਾਂ ਨੇ ਜਗ੍ਹਾ। ਜਿਹੜੀ ਗੱਲ ਤੁਸੀਂ ਪੋਤੇ ਪੋਤੀਆਂ ਵਾਲੀ ਕਰ ਰਹੇ ਹੋ, ਉਹਦੇ ਵਾਸਤੇ ਇੱਕ ਬਹੁਤ ਮਤਲਬ ਦੁੱਖ ਦੇ ਨਾਲ ਮੈਂ ਅਕਾਲੀ ਦਲ ਨੂੰ ਕਹਿਣਾ ਚਾਹੁੰਦਾ ਹੈਗਾ, ਅਸੀਂ ਇਸ ਚੀਜ਼ ਨੂੰ ਲੈ ਕੇ ਜਾਗਰੂਕ ਸੀਗੇ। ਬਾਦਲ ਸਾਹਿਬ ਨਾਲ ਮੀਟਿੰਗ 'ਚ ਅਸੀਂ ਗੱਲ ਉਠਾਈ ਕਿ ਘੱਟੋ ਘੱਟ 2006 ਦੇ ਵਿੱਚ ਜਦੋਂ ਨਾਨਾਵਤੀ ਕਮਿਸ਼ਨ ਨੇ ਸਿਫਾਰਿਸ਼ਾਂ ਕੀਤੀਆਂ ਤਾਂ ਉਦੋਂ ਉਹਨਾਂ ਨੇ ਰਾਜ ਸਰਕਾਰਾਂ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਵੀ ਕੁਝ ਕਰੋ। ਤਾਂ ਇਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ 6/3/2006 ਨੂੰ ਜਦੋਂ ਕੈਪਟਨ ਦੀ ਸਰਕਾਰ ਸੀ, ਅਕਾਲੀ ਸਰਕਾਰ ਨਹੀਂ ਆਈ ਸੀਗੀ, ਤਾਂ ਇਹਨਾਂ ਨੇ ਉਹਦੇ ਵਿੱਚ ਇਹ ਦਿੱਤਾ ਕਿ ਵੀ ਪੰਜਾਬ ਸਰਕਾਰ ਨੌਕਰੀਆਂ ਦੇਊਗੀ। ਹੁਣ ਸਵਾਲ ਇਹ ਪੈਦਾ ਹੁੰਦਾ 2006 ਦੇ ਵਿੱਚ ਜਿਹੜੇ ਬੱਚੇ ਮਤਲਬ ਸਾਡੇ ਦੰਗਿਆਂ ਵੇਲੇ ਪੈਦਾ ਹੋਏ ਸੀ, ਉਹ ਅਨਪੜ੍ਹ ਰਹੇ ਕਿ ਨੌਕਰੀਆਂ ਲੈਣ ਦੇ ਉਹ ਕਾਬਲ ਨਹੀਂ ਸੀਗੇ। ਤਾਂ ਅਸੀਂ ਬਾਦਲ ਸਾਹਿਬ ਨੂੰ ਇਹ ਕਿਹਾ ਕਿ ਦੇਖੋ ਹੁਣ ਤੁਸੀਂ ਉਹਨਾਂ ਬੱਚਿਆਂ ਨੂੰ ਤਾਂ ਨੌਕਰੀ ਨਹੀਂ ਦੇ ਸਕਦੇ, ਨਾ ਤੁਸੀਂ ਫ੍ਰੀ ਐਜੂਕੇਸ਼ਨ ਉਹਨਾਂ ਬੱਚਿਆਂ ਨੂੰ ਦੇ ਸਕਦੇ। ਉਹ ਤਾਂ 20-20 ਸਾਲ ਦੇ 22 ਸਾਲ ਦੇ ਹੋ ਗਏ, ਸਕੂਲਾਂ ਕਾਲਜਾਂ 'ਚੋਂ ਨਿਕਲ ਗਏ। ਤੁਸੀਂ ਘੱਟੋ ਘੱਟ ਸਾਡੇ ਪੋਤੇ ਪੋਤੀਆਂ ਦੇ ਨਾਂ ਜਿਹੜੇ ਆ ਉਹ ਲਾਲ ਕਾਰਡਾਂ 'ਚ ਪਾ ਦਿਓ।
ਪਹਿਲਾਂ ਤਾਂ ਅਫਸਰਸ਼ਾਹੀ ਨੇ ਇੰਨੀਆਂ ਲੱਤਾਂ ਅੜਾਈਆਂ, ਹੱਦੋਂ ਵੱਧ ਕੇ ਉਹ ਨਾ ਮੰਨਣ ਨੂੰ ਤਿਆਰ ਹੋਏ ਕਿ ਨਹੀਂ ਪਾਉਂਦੇ ਜੀ ਅਸੀਂ। ਅਖੀਰੀ ਜਦੋਂ 2-3 ਮੀਟਿੰਗਾਂ ਹੋਈਆਂ, ਅਸੀਂ ਪਿੱਛੇ ਖੜੇ ਪੈ ਰਹੇ ਤਾਂ ਇਹਨਾਂ ਨੇ ਮੰਨ ਲਿਆ ਕਿ ਲਾਲ ਕਾਰਡਾਂ ਵਿੱਚ ਪੋਤੇ ਪੋਤਿਆਂ ਦੇ ਨਾਂ ਅਸੀਂ ਪਾ ਦਿਆਂਗੇ। ਜਦੋਂ ਪੋਤੇ ਪੋਤਿਆਂ ਦੇ ਨਾਂ ਇਹਨਾਂ ਨੇ ਪਾਤੇ ਜੀ, ਜਦੋਂ ਨਾਂ ਪਾ ਕੇ ਉਹ ਚਿੱਠੀ ਦੀ ਕਾਪੀ ਲੈ ਕੇ ਅਸੀਂ, ਮੈਂ ਖੁਦ ਸੰਗਰੂਰ ਦੀ ਗੱਲ ਕਰਦਾ ਤੁਹਾਨੂੰ, ਸੰਗਰੂਰ ਜ਼ਿਲ੍ਹੇ ਦੇ ਵਿੱਚ ਮੈਂ ਡੀਸੀ ਦਫ਼ਤਰ 'ਚ ਗਿਆ, ਉਹ ਮੈਡਮ ਨੂੰ ਮੈਂ ਉਹ ਕਾਪੀ ਦਿੱਤੀ ਜਿਹੜੀ ਬ੍ਰਾਂਚ ਨਾਲ ਸੰਬੰਧਿਤ ਸੀਗੀ। ਮੈਂ ਮੈਡਮ ਇਹ ਬੱਚਿਆਂ ਦੇ ਨਾਂ ਪੋਤੇ ਪੋਤੀਆਂ ਦੇ ਪਾ ਦਿਓ। ਤਾਂ ਸਾਰਿਆਂ ਨੂੰ ਮੈਂ ਕਹਿ ਦਿੱਤਾ ਵੀ ਤੁਸੀਂ ਨਾਂ ਪਵਾ ਲਓ ਆਪਣੇ, ਵੀ ਅੱਗੇ ਜਾ ਕੇ ਗੌਰਮੈਂਟ ਇਹਨਾਂ ਨੂੰ ਸਹੂਲਤ ਕੋਈ ਦੇਗੀ ਤੇ ਇਹਨਾਂ ਦਾ ਵਿਚਾਰਿਆਂ ਦਾ ਫਾਇਦਾ ਹੋ ਜਾਏਗਾ। 2 ਪੀੜ੍ਹੀਆਂ ਖਰਚੀਆਂ ਖਰਾਬ ਗਈਆਂ ਤਾਂ ਉਹਨਾਂ ਨੂੰ ਨਹੀਂ ਹੋਇਆ ਨਾ ਸੀ, ਇਹਨਾਂ ਨੂੰ ਤਾਂ ਫਾਇਦਾ ਹੋ ਜਾਏਗਾ। ਤਾਂ ਉਹ ਮੈਡਮ ਮੈਨੂੰ ਕਹਿਣ ਲੱਗੀ ਦੂਜੇ ਤੀਜੇ ਨੇ, ਕਹਿੰਦੀ ਪ੍ਰਧਾਨ ਜੀ ਗੱਲ ਇਹ ਹੈ ਵੀ ਇਹਦਾ ਨਾਂ ਤਾਂ ਪੋਤੇ ਪੋਤੀਆਂ ਦੇ ਤਾਂ ਪਾ ਦਿਆਂਗੇ, ਕਿਉਂਕਿ ਜਿਹੜੇ ਬੰਦਿਆਂ ਨੇ ਫਾਰਮ ਭਰ ਕੇ ਦਿੱਤੇ ਉਹਨਾਂ ਨਾਲ ਨੂਹਾਂ ਦੇ ਨਾਂ ਵੀ ਪਏ ਸੀਗੇ। ਉਹ ਕਹਿੰਦੇ ਵੀ ਨੂਹਾਂ ਦੇ ਨਾਂ ਨਹੀਂ ਪੈਣੇ। ਮੈਂ ਮੈਡਮ ਇਹ ਗੱਲ ਕਿੱਧਰ ਨੂੰ ਜਾਂਦੀ ਆ, ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਪਹਿਲਾਂ ਨੂਹਾਂ ਆਈਆਂ ਜਾਂ ਪੋਤੇ ਆਏ? ਤੁਸੀਂ ਕਹਿੰਦੇ ਵੀ ਨੂਹਾਂ ਦੇ ਨਾਂ ਨਹੀਂ ਪੈਣੇ, ਪੋਤੇ ਪੋਤੀਆਂ ਦੇ ਪੈ ਜਾਣਗੇ। ਕਿਉਂਕਿ ਸਾਨੂੰ ਇਹ ਸੀ ਵੀ ਕਈ ਨੂਹਾਂ ਵੀ ਪੜ੍ਹੀਆਂ ਲਿਖੀਆਂ ਕਾਬਲ ਸੀਗੀਆਂ, ਉਹ ਵੀ ਨੌਕਰੀ ਦੇ ਕਾਬਲ ਸੀ, ਵੀ ਜੇ ਸਹੂਲਤ ਉਹਨਾਂ ਦੀ ਲਾਗੂ ਹੁੰਦੀ, ਚਲੋ ਬੱਚੇ ਨਾ ਸਹੀ ਤਾਂ ਨੂਹਾਂ ਹੀ ਮਤਲਬ ਜਿਹੜੀ ਹੈਗੀ ਨੌਕਰੀ ਤੇ ਲੱਗ ਜਾਣਗੀਆਂ, ਕੋਈ ਸਹਾਇਤਾ ਪਰਿਵਾਰ ਦੀ ਹੋਊਗੀ ਇਸ ਨਾਲ। ਉਹ ਕਹਿੰਦੇ ਪ੍ਰਧਾਨ ਜੀ ਆ ਪਾਲਿਸੀ ਪਈ ਹੈ, ਚਿੱਠੀ ਪਈ ਹੈ, ਇਹਨੂੰ ਪੜ੍ਹ ਲਓ। ਉਹਨਾਂ ਨੇ ਮਿੰਗਣਾ ਪਾਤੀਆਂ ਵਿੱਚ, ਉਹਨਾਂ ਨੇ ਪੋਤੇ ਪੋਤੀਆਂ ਲਿਖਤੀਆਂ, ਨੂਹਾਂ ਦਾ ਨਾਂ ਲਿਖਣਾ ਨਹੀਂ, ਜਿੰਨੇ ਦੇਰ ਲਿਖਦੇ ਨਹੀਂ ਅਸੀਂ ਪਾਉਂਦੇ ਨਹੀਂ। ਫਿਰ 4-5 ਸਾਲ ਸਾਡੇ ਨੂਹਾਂ ਦਾ ਨਾਂ ਪਾਉਣ ਦੇ ਵਿੱਚ ਪੈ ਗਏ। ਜਦੋਂ ਨੂਹਾਂ ਦਾ ਨਾਂ ਅਸੀਂ ਪਵਾ ਲਿਆ ਬਾਅਦ ਦੇ ਵਿੱਚ, ਫਿਰ ਇਹਨਾਂ ਨੂੰ ਅਸੀਂ ਆ ਕੇ ਵੀ ਫੈਸਿਲਿਟੀ ਦਿਓ। ਕਹਿੰਦੇ ਜੀ ਫੈਸਿਲਿਟੀ ਤਾਂ ਲਿਖੀ ਨਹੀਂ ਉਹਨਾਂ ਨੇ, ਬਾਦਲ ਸਰਕਾਰ ਨੇ, ਵੀ ਇਹਨਾਂ ਨੂੰ ਕੋਈ ਫੈਸਿਲਿਟੀ ਦੇਣੀ ਆ। ਇਕੱਲੇ ਨਾਂ ਪਾਤੇ ਕਾਰਡਾਂ 'ਚ, ਉਹਨਾਂ ਨੂੰ ਸਹੂਲਤ ਪੜ੍ਹਾਈ ਦੀ ਦੇਣੀ ਆ ਜਾਂ ਨਹੀਂ ਦੇਣੀ, ਨੌਕਰੀਆਂ ਦੀ ਦੇਣੀ ਆ, ਉਹਦਾ ਕੋਈ ਵੇਰਵਾ ਨਹੀਂ ਦਿੱਤਾ, ਕੋਈ ਬਜਟ ਨਹੀਂ ਰੱਖਿਆ, ਕੋਈ ਵੇਰਵਾ ਨਹੀਂ ਉਹਦਾ ਦਿੱਤਾ। ਮੈਂ ਅੱਜ ਵੀ ਮਤਲਬ ਇਸ ਚੈਨਲ ਰਾਹੀਂ ਇਹ ਪੁੱਛਣਾ ਚਾਹੁੰਦਾ, ਜਿੰਨੇ ਵੀ ਮੇਰੇ ਵੀਰ, ਮੈਂ ਖੁਦ ਅਕਾਲੀ ਦਲ ਦਾ ਸਮਰਥਕ ਹੈਗਾ। ਕਾਰਨ ਕੀ ਆ ਕਿ ਦੰਗਾ ਪੀੜਤਾਂ ਦੇ ਆਵਾਜ਼ ਹਮੇਸ਼ਾ ਅਕਾਲੀ ਦਲ ਨੇ ਉਠਾਈ ਆ। ਪਰ ਮੈਂ ਜਿਹੜੀ ਸੱਚੀ ਗੱਲ ਆ ਉਹ ਵੀ ਇਹ ਕਹਿਣੇ ਚਾਹੁੰਦਾ, ਮੈਨੂੰ ਸਿਰਫ ਇੰਨੀ ਗੱਲ ਦੱਸ ਦਿਓ, ਉਹ ਕਾਰਡਾਂ 'ਤੇ ਜਿਨ੍ਹਾਂ ਦੇ ਪੋਤੇ ਪੋਤੀਆਂ ਜਾਂ ਨੂੰਹਾਂ ਦੇ ਨਾਂ ਆਏ, ਚੱਟੀਏ ਸੀ ਉਹਨਾਂ ਨੂੰ? ਜੇ ਤੁਸੀਂ ਸਹੂਲਤ ਨਹੀਂ ਉਹਨਾਂ ਨੂੰ ਦੇਣੀ ਸੀਗੀ ਤਾਂ ਉਹ ਨਾਂ ਕਾਹਦੇ ਵਾਸਤੇ ਪਾਏ? ਇਹ ਘੱਟੋ ਘੱਟ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈਗੀ, ਸੋਚਣਾ ਚਾਹੀਦਾ ਹੈਗਾ। ਜੇ ਸਹੀ ਮਾਨਿਆ 'ਚ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਫਿਰ ਮਦਦ ਤਾਂ ਫੇਰ ਹੀ ਹੋਊਗੀ ਨਾ, ਜੇ ਉਹਨਾਂ ਨੂੰ ਐਲੀਜੀਬਲ ਵੀ ਬਣਾਓ ਤੁਸੀਂ ਉਹਨਾਂ ਚੀਜ਼ਾਂ ਲਈ ਜਿਹੜੀਆਂ ਚੀਜ਼ਾਂ ਤੁਸੀਂ ਦੇਣਾ ਚਾਹੁੰਦੇ ਹੋ। ਜੇ ਤੁਸੀਂ ਦੇਣਾ ਨਹੀਂ ਚਾਹੁੰਦੇ ਫਿਰ ਸਾਫ਼ ਜਵਾਬ ਦੇ ਦਿਓ ਜੀ। ਇਹ ਗੱਲਾਂ ਜਿਹੜੀਆਂ ਦੀਵਾਨਾ ਜੀ ਨੇ ਕੱਢੀਆਂ ਨੇ ਭਾਵੁਕ ਵੀ ਹੋ ਗਏ, ਕਿਉਂਕਿ ਉਹ ਸਮਾਂ ਅਜਿਹਾ ਜਦੋਂ ਘਰ-ਬਾਰ ਛੱਡ ਕੇ ਉੱਜੜਨਾ ਪੈਂਦਾ ਹੈਗਾ, ਆਪਣਿਆਂ ਨੂੰ ਗਵਾ ਕੇ ਬਾਹਰ ਆਉਣਾ ਪੈਂਦਾ, ਤਾਂ ਉਹ ਸਮਾਂ ਜਿਹੜਾ ਜਦੋਂ ਚੇਤੇ ਆਉਂਦਾ ਉਹ ਸਮਾਂ ਅੱਜ ਵੀ, ਚਾਹੇ ਬਰਨਾਲਾ ਦੇ ਵਿੱਚ ਇੱਕ ਜੇ ਅਸੀਂ ਕਹਿ ਸਕਦੇ ਹਾਂ ਚੰਗੀ ਸ਼ਖਸੀਅਤ ਵਜੋਂ ਇਹਨਾਂ ਨੇ ਆਪਣਾ ਕਾਰੋਬਾਰ ਵੀ ਸੈੱਟ ਕੀਤਾ, ਆਪਣੀ ਬੜੀ ਮਿਹਨਤ ਕਰਕੇ ਆਪਣੇ ਆਪ ਨੂੰ ਸਾਫ਼ ਸੁਥਰਾ ਕਰ ਲਿਆ, ਪਰ ਇਹਨਾਂ ਦੇ ਅੰਦਰਲਾ ਦਰਦ ਅੱਜ ਵੀ ਉਹ ਨਿਕਲ ਕੇ ਬਾਹਰ ਆ ਗਿਆ। ਪਰ ਇਹਦੇ ਵਿੱਚ 2-3 ਗੱਲਾਂ ਜਿਹੜੀਆਂ ਬੜੀਆਂ ਸਾਹਮਣੇ ਆਈਆਂ ਨੇ। ਇੱਕ ਪਾਸੇ ਅਸੀਂ ਇਨਸਾਫ ਦੀ ਮੰਗ ਦੇ ਲਈ ਬਹੁਤ ਵੱਡਾ ਸਾਨੂੰ ਚੱਲ ਰਿਹਾ, ਅਦਾਲਤਾਂ ਦੇ ਵਿੱਚ ਫਿਰਦੇ 37 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ, ਅਸੀਂ ਉਹ ਦਿੱਲੀ ਕਤਲਾਮ ਦਾ ਇਨਸਾਫ ਲੈਣਾ ਗਾ, ਅਦਾਲਤਾਂ ਦੇ ਵਿੱਚ ਲੜਾਈ ਲੜ ਰਹੇ ਹਾਂ। ਇੱਕ ਬੜਾ ਵੱਡਾ ਉਹ ਚੈਪਟਰ ਹੈਗਾ ਜਿਹਦੇ 'ਤੇ ਬਹੁਤ ਕੁਝ ਲਿਖਿਆ ਜਾ ਰਿਹਾ, ਬਹੁਤ ਕੁਝ ਬੋਲਿਆ ਜਾ ਰਿਹਾ, ਬਹੁਤ ਕੁਝ ਹੋ ਰਿਹਾ ਹੈਗਾ ਉਹਦੇ ਉੱਪਰ। ਪਰ ਉਦੋਂ ਬਾਅਦ ਇੱਕ ਜਿਹੜਾ ਇਹ ਪੱਖ ਹੈ ਵੀ ਉਹ ਉਹਨਾਂ ਦੀ ਤੀਜੀ ਪੀੜ੍ਹੀ, ਜਿਹੜੇ ਬੰਦੇ ਅਫੈਕਟਡ ਹੋ ਗਏ ਉੱਥੋਂ, ਜਿਹੜੇ ਉੱਥੋਂ ਉੱਜੜ ਕੇ ਆ ਗਏ ਨੇ, ਉਹਨਾਂ ਦੀ ਤੀਜੀ ਪੀੜ੍ਹੀ ਵੀ ਅੱਜ ਉਸ ਮਾਰ ਨੂੰ ਝੱਲ ਰਹੀ ਹੈ। ਅਜੇ ਇਹਨਾਂ ਦੀ ਬਾਂਹ ਕੌਣ ਫੜੂਗਾ? ਕਿਉਂਕਿ ਸਰਕਾਰਾਂ ਜਿਹੜੀਆਂ ਨੇ ਇਹ ਕੁਛ ਕਰਾਇਆ ਉਹਨਾਂ ਤੋਂ ਤਾਂ ਬਹੁਤੀ ਝਾਕ ਨਹੀਂ ਰੱਖੀ ਜਾ ਸਕਦੀ, ਜਿੰਨਾ ਕੁ ਲੜ ਭਿੜ ਕੇ ਇਹਨਾਂ ਨੇ ਲਿਆ ਉਹਨਾਂ ਤੋਂ ਲਿਆ ਉਹਦੇ ਨਾਲ ਵੀ। ਪਰ ਮਤਲਬ ਇੱਕ ਦੁਬਾਰੇ ਪੈਰ ਲੱਗਣ ਵਾਲੀ ਗੱਲ ਆ। ਪਰ ਜਿਹੜੇ ਉੱਥੇ ਇੱਕ ਚੰਗੇ ਕਾਰੋਬਾਰ ਕਰਦੇ ਲੋਕ ਵੀ ਮਤਲਬ ਇਸ ਵੇਲੇ ਧਰਤੀ 'ਤੇ ਆ ਕੇ ਜ਼ਮੀਨ 'ਤੇ ਆ ਕੇ ਬੈਠ ਗਏ, ਉਹਨਾਂ ਦੀ ਜਿਹੜੀ ਤੀਜੀ ਪੀੜ੍ਹੀ ਅੱਜ ਉਹ ਵੀ ਉਸ ਤਰ੍ਹਾਂ ਨਾਲ ਤਾਂ ਉਸ ਤਰਾਸ਼ਦੀ ਦੇ ਵਿੱਚ, ਜਿਹਨੂੰ ਕਹਿ ਦਿੰਦੇ ਅਸੀਂ ਜਬਕਦੀ ਫਿਰਦੀ ਆ, ਧੱਕੇ ਖਾਂਦੀ ਫਿਰਦੀ ਆ, ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ, ਉਹਦੀ ਬਾਂਹ ਕੌਣ ਫੜੂਗਾ? ਸਾਡੀ ਕੌਮ ਨੂੰ ਵੀ ਇਸ ਪਾਸੇ ਵੱਲ ਸੋਚਣ ਦੀ ਜ਼ਰੂਰਤ ਹੈਗੀ। ਸੋ ਦੀਵਾਨਾ ਜੀ ਨੇ ਆਪਣੇ ਦਿਲ ਦੇ ਦਰਦ ਵੀ ਸਾਡੇ ਨਾਲ ਸਾਂਝੇ ਕੀਤੇ ਆ, ਅਤੇ ਇਹਦੇ ਨਾਲ ਬਹੁਤ ਸਾਰੇ ਸਵਾਲ ਹੈ ਜਿਹੜੇ ਉਹ ਵੀ ਸਾਡੀ ਕੌਮ ਦੇ ਲਈ ਖੜੇ ਕੀਤੇ ਨੇਗੇ। ਸੋ ਕੌਮ ਨੂੰ ਇਹਨਾਂ ਦਾ ਜਵਾਬ ਦੇਣਾ ਬਣਦਾ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਇਹਨਾਂ ਮਾਮਲਿਆਂ ਦੇ ਉੱਪਰ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ।